ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਚੌਥਾ। ਹਉ ਬਲਿਹਾਰੀ ਤਿੰਨ ਕਉ ਮੇਰੀ ਜਿੰਦੜੀਏ। ਜਿਨ ਹਰ ਹਰ ਨਾਮ ਆਧਾਰੋ ਰਾਮ। ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ। ਬਿਖ ਭਵ ਜਲ ਤਾਰਨ ਹਾਰੋ ਰਾਮ। ਹਉ ਬਲਿਹਾਰੀ ਤਿੰਨ ਕਉ ਮੇਰੀ ਜਿੰਦੜੀਏ। ਜਿਨ ਹਰ ਹਰ ਨਾਮ ਆਧਾਰੋ ਰਾਮ। ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ। ਬਿਖ ਭਵ ਜਲ ਤਾਰਨ ਹਾਰੋ ਰਾਮ। ਜਿਨ ਇਕ ਮਨ ਹਰ ਧਿਆਇਆ ਮੇਰੀ ਜਿੰਦੜੀਏ। ਤਿਨ ਸੰਤ ਜਨਾ ਜੈਕਾਰੋ ਰਾਮ। ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ। ਸਭ ਦੁਖ ਨਿਵਾਰਨ ਹਾਰੋ ਰਾਮ। ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ। ਸਭ ਦੁਖ ਨਿਵਾਰਨ ਹਾਰੋ ਰਾਮ। ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ। ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਤੇ ਸ਼ਰਵਨ ਭਲੇ ਸ਼ੋਭਨੀਕ ਹੈ ਮੇਰੀ ਜਿੰਦੜੀਏ। ਹਰ ਕੀਰਤਨ ਸੁਣ ਹੈ ਹਰ ਤੇਰੇ ਰਾਮ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ। ਜੋ ਜਾਏ ਲੱਗੈ ਗੁਰ ਪੈਰੇ ਰਾਮ। ਗੁਰ ਵਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ। ਜਿਨ ਹਰ ਹਰ ਨਾਮ ਚਤੇਰੇ ਰਾਮ। ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ। ਜੋ ਸਾਧੂ ਸਤਿਗੁਰ ਦੇਖੈ ਰਾਮ। ਤੇ ਹਸ
ਆਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲੇਖੈ ਰਾਮ ਤਿਸ ਜਨ ਕੇ ਪਗ ਨਿਤ ਪੂਜਿਆ ਹੈ ਮੇਰੀ ਜਿੰਦੜੀਏ ਜੋ ਮਾਰਗ ਧਰਮ ਚਲੇ ਸਹਿ ਰਾਮ ਨਾਨਕ ਤਿਨ ਵਿਟੋ ਵਾਰਿਆ ਮੇਰੀ ਜਿੰਦੜੀਏ ਹਰ ਸੋਣ ਹਰ ਨਾਮ ਮਨੇ ਸਹਿ ਰਾਮ ਧਰਤ ਪਤਾਲ ਆਕਾਸ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੈ ਰਾਮ ਵਾਣ ਤ੍ਰੇਣ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਧਿਆਵੈ ਰਾਮ ਨਾਨਕ ਤੇ ਹਰ ਦਰ ਪੈ ਨਾਇਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੈ ਰਾਮ ਵਾਣ ਤ੍ਰੇਣ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਧਿਆਵੈ ਰਾਮ ਨਾਨਕ ਤੇ ਹਰ ਦਰ ਪੈ ਨਾਇਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੈ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਹਨ ਅੱਜ ਦੇ ਪਾਵਨ ਪਵਿੱਤਰ ਮਹਾਫਰਮਾਨ ਹੁਕਮਨਾਮਾ ਸਾਹਿਬ। ਸਤਿਗੁਰੂ ਜੀ ਦਾ ਨਾਮ ਲੈ ਕੇ ਆਪ ਜੀ ਤੋਂ ਖਿਮਾ ਮੰਗ ਕੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਵਾਰਤਾ ਸ਼ੁਰੂ ਕਰਦੇ ਹਾਂ। ਅੱਜ ਦਾ ਪਾਵਨ ਪਵਿੱਤਰ ਮਹਾਫਰਮਾਨ ਬਿਹਾਗੜਾ ਰਾਗ ਦੇ ਵਿੱਚ ਪਾਤਸ਼ਾਹ ਚੌਥੇ ਸਤਿਗੁਰ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਬਾਣੀ ਦੇ ਵਿੱਚੋਂ ਬਖਸ਼ਿਸ਼ ਹੋਇਆ। ਪਾਤਸ਼ਾਹ ਪਿਤਾ ਚੌਥੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਬਾਣੀ ਦੇ ਵਿੱਚੋਂ ਬਖਸ਼ਿਸ਼ ਹੋਏ ਅੱਜ ਦੇ ਹੁਕਮਨਾਮਾ ਸਾਹਿਬ ਜੀ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ੁਭ ਅੰਗ ਨੰਬਰ 539 540 ਉੱਪਰ ਸੁਭਾਇਮਾਨ ਹੋਇਆ ਦੇਖਦੇ ਹਾਂ। ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਰਹਾਉ ਦੀ ਮੁਬਾਰਕ ਪੰਕਤੀ ਨਹੀਂ ਹੈ, ਪਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਦੀ ਵਰਤੋਂ ਹਰ ਪਦੇ ਤੋਂ ਬਾਅਦ ਹੈ। ਤੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਨਾਮ ਦੀ ਜਿੱਥੇ ਵਰਤੋਂ ਹੈ, ਉਸੇ ਨੂੰ ਹੀ ਆਪਾਂ ਥੀਮ ਅਤੇ ਕੇਂਦਰੀ ਭਾਵ ਮੰਨ ਕੇ ਚੱਲਾਂਗੇ।
ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਸਤਿਗੁਰਾਂ ਨੇ ਉਹਨਾਂ ਹੱਥਾਂ ਦੀ, ਉਸ ਸਿਰ ਦੀ, ਉਹਨਾਂ ਪੈਰਾਂ ਦੀ ਜਾਂ ਸਰੀਰ ਦੇ ਉਹਨਾਂ ਅੰਗਾਂ ਦੀ ਗੱਲ ਕੀਤੀ ਹੈ ਜਿਹੜੇ ਅੰਗ ਪਵਿੱਤਰ ਹੋ ਗਏ ਨੇ ਆਪਣਾ ਕਰਮ ਸਮਝ ਕੇ। ਜਿਵੇਂ ਅੱਖਾਂ ਦਾ ਕੰਮ ਦੇਖਣਾ ਹੈ, ਪਰ ਦੇਖਣਾ ਕੀ ਹੈ? ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਅੱਖਾਂ ਦਾ ਕੰਮ ਦੇਖਣਾ ਹੈ, ਪਰ ਦੇਖਣਾ ਕੀ ਹੈ? ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਹਰੀ ਦਾ ਰੂਪ ਸਤਿਗੁਰਾਂ ਨੇ ਸਾਨੂੰ ਦਿਖਾਇਆ ਹੈ, ਲੇਕਿਨ ਦੇਖੇਗਾ ਕੌਣ? ਦੇਖੇਗੀ ਕਿਹੜੀ ਅੱਖ? ਦੇਖੇਗੀ ਉਹੀ ਅੱਖ ਜਿਹੜੀ ਅੱਖ ਆਪਣੀ ਇੰਦਰੀ ਨੂੰ, ਕਿਉਂਕਿ ਸਰੀਰ ਦੇ ਇਹਨਾਂ ਅੰਗਾਂ ਨੂੰ ਗਿਆਨ ਇੰਦਰੀਆਂ ਕਿਹਾ ਗਿਆ, ਭਾਵ ਜਿਨ੍ਹਾਂ ਰਾਹੀਂ ਸਾਨੂੰ ਸੰਸਾਰ ਦਾ ਗਿਆਨ ਹੁੰਦਾ। ਜਿਵੇਂ ਅੱਖ ਦੇ ਦੇਖਣ ਦੇ ਨਾਲ ਮਨੁੱਖ ਸੰਸਾਰ ਦੀਆਂ ਵਸਤੂਆਂ ਦੇਖਦਾ ਹੈ ਔਰ ਉਹਨੂੰ ਪਤਾ ਲੱਗ ਜਾਂਦਾ, ਗਿਆਨ ਹੋ ਜਾਂਦਾ ਕਿ ਕਿਹੜੀ ਵਸਤੂ ਹੈ। ਪਰ ਗਿਆਨ ਹੋਇਆ ਕਿਉਂ? ਕਿਉਂਕਿ ਉਸ ਨੂੰ ਉਸ ਵਸਤੂ ਬਾਰੇ ਪਹਿਲਾਂ ਦੱਸਿਆ ਗਿਆ। ਜਿਵੇਂ ਮਨੁੱਖ ਨੇ ਫਲ ਦੇਖਿਆ ਤਾਂ ਪਤਾ ਲੱਗ ਗਿਆ ਇਹ ਫਲ ਹੈ, ਲੇਕਿਨ ਇਹ ਫਲ ਕਿਹੜਾ ਹੈ? ਅੰਬ ਹੈ, ਕੇਲਾ ਹੈ, ਅਨਾਰ ਹੈ, ਸੇਬ ਹੈ, ਚੀਕੂ ਹੈ। ਇਹਨਾਂ ਫਲਾਂ ਦੇ ਨਾਮ ਪਹਿਲਾਂ ਉਹਨੂੰ ਦੱਸੇ ਗਏ, ਗਿਆਨ ਦ੍ਰਿੜ ਕਰਾਇਆ ਗਿਆ। ਹੁਣ ਅੱਖਾਂ ਜਿਸ ਵਕਤ ਵੀ ਖੁੱਲ੍ਹਦੀਆਂ ਨੇ, ਸਾਹਮਣੇ ਜਿਹੜਾ ਫਲ ਨਜ਼ਰ ਆਉਂਦਾ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਫਲਾਣਾ ਫਲ ਹੈ। ਇਸ ਤਰ੍ਹਾਂ ਹੀ ਸੰਸਾਰ ਦੇ ਵਿੱਚ ਜੋ ਵੀ ਉਹ ਚੀਜ਼ਾਂ ਦੇਖ ਰਹੇ ਹੈ, ਇਹ ਸਾਈਕਲ ਹੈ, ਇਹ ਰੇਲ ਗੱਡੀ ਹੈ, ਇਹ ਹਵਾਈ ਜਹਾਜ਼ ਹੈ, ਇਹ ਗਿਆਨ ਇੰਦਰੀ ਹੈ। ਦੇਖਣ ਤੋਂ ਬਾਅਦ ਇੱਕਦਮ ਉਸ ਨੂੰ ਗਿਆਨ ਹੋ ਜਾਂਦਾ ਹੈ। ਦੇਖਣ ਤੋਂ ਬਾਅਦ ਉਸ ਨੂੰ ਗਿਆਨ ਹੋ ਗਿਆ, ਕਿਉਂਕਿ ਗਿਆਨ ਇੰਦਰੀਆਂ ਨੇ ਗਿਆਨ ਕਰਵਾ ਦਿੱਤਾ। ਪਤਾ ਲੱਗ ਗਿਆ ਕਿ ਕਿਹੜੀ ਚੀਜ਼ ਉਸ ਨੇ ਦੇਖੀ। ਲੇਕਿਨ ਸਤਿਗੁਰੂ ਹੁਣ ਅਗਲੀ ਗੱਲ ਕਰਦੇ ਹੈ, ਪਾਤਸ਼ਾਹ ਹੁਣ ਅਗਲੀ ਗੱਲ ਕਰਦੇ ਹੈ ਕਿ ਗਿਆਨ ਇੰਦਰੀਆਂ ਦਾ ਕੰਮ ਆਪੋ ਆਪਣਾ ਵੱਖੋ ਵੱਖ ਹੈ। ਅੱਖਾਂ ਦਾ ਕੰਮ ਦੇਖਣਾ ਹੈ, ਕੰਨਾਂ ਦਾ ਕੰਮ ਸੁਣਨਾ ਹੈ, ਮਸਤਕ ਦਾ ਕੰਮ ਸੋਚਣਾ ਹੈ, ਪੈਰਾਂ ਦਾ ਕੰਮ ਚੱਲਣਾ ਹੈ, ਹੱਥਾਂ ਦਾ ਕੰਮ ਕਰਨਾ ਹੈ। ਅੱਖਾਂ ਨੇ ਦੇਖਣਾ ਹੈ ਤਾਂ ਦੇਖਣਾ ਕੀ ਹੈ? ਦੇਖਣ ਤੋਂ ਬਾਅਦ ਅੱਖਾਂ ਨੂੰ ਗਿਆਨ ਹੋਇਆ ਹੈ, ਲੇਕਿਨ ਜਦੋਂ ਇਹੋ ਹੀ ਅੱਖਾਂ ਆਪਣੇ ਆਪ ਨੂੰ ਰੱਬੀ ਗਿਆਨ ਦੇ ਨਾਲ ਜੋੜ ਦਿੰਦੀਆਂ ਨੇ ਤਾਂ ਫਿਰ ਨਜ਼ਰ ਕੀ ਆਉਂਦਾ ਹੈ? ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਰੱਬੀ ਗਿਆਨ ਦੇ ਨਾਲ ਜੁੜ ਕੇ ਹੀ ਅੱਖਾਂ ਨੂੰ ਇਹ ਵਿਸ ਸੰਸਾਰ ਦੇ ਵਿੱਚ ਰੱਬ ਦਾ ਨਜ਼ਾਰਾ ਨਜ਼ਰ ਆਏਗਾ, ਅਕਾਲ ਪੁਰਖ ਦਾ ਨਜ਼ਾਰਾ ਨਜ਼ਰ ਆਏਗਾ, ਅਨਿਅਥਾ ਨਹੀਂ। ਇਸ ਕਰਕੇ ਸੰਸਾਰ ਦੇ ਵਿੱਚ ਉਹ ਲੋਕ ਜਿਹੜੇ ਕਹਿੰਦੇ ਨੇ ਰੱਬ ਦਾ ਦੀਦਾਰ ਨਹੀਂ ਹੋਇਆ ਜਾਂ ਰੱਬ ਨੂੰ ਦੇਖ ਨਹੀਂ ਸਕੇ, ਇਹਦਾ ਮਤਲਬ ਉਹਨਾਂ ਦੀ ਅਵਸਥਾ ਉਸ ਧਨ ਅਵਸਥਾ ਤੱਕ ਨਹੀਂ ਪਹੁੰਚ ਸਕੀ ਹੈ ਜਿਸ ਅਵਸਥਾ ਨੂੰ ਸਤਿਗੁਰੂ ਅੱਜ ਧਨ ਕਹਿੰਦੇ ਨੇ। ਕਿਉਂਕਿ ਅੱਖਾਂ ਦੇ ਬਾਬਤ, ਕੰਨਾਂ ਦੇ ਬਾਬਤ ਸਤਿਗੁਰੂ ਨੇ ਕਿਹਾ ਧਨ ਹੈ ਉਹ ਰਸਨਾ। ਹੁਣ ਰਸਨਾ ਦਾ ਕੰਮ ਕੀ ਹੈ? ਬੋਲਣਾ। ਨੇਤਰ ਭਲੇ ਪ੍ਰਵਾਨ ਹੈ ਹਰ ਮੇਰੀ ਜਿੰਦੜੀਏ, ਜੋ ਸਤਿਗੁਰ ਦੇਖੇ ਰਾਮ। ਸਤਿਗੁਰ ਨੂੰ ਦੇਖਣਾ ਕਿਵੇਂ? ਪ੍ਰਵਾਨ ਨੇ ਜਿਹੜੇ ਨੇਤਰ, ਕਿਵੇਂ ਪ੍ਰਵਾਨ ਨੇ, ਕਿਵੇਂ ਭਲੇ ਨੇ। ਰਸਨਾ ਧਨ ਹੈ, ਕਿਵੇਂ ਧਨ ਹੈ? ਕਿਉਂਕਿ ਰਸਨਾ ਦਾ ਕੰਮ ਹੈ ਬੋਲਣਾ, ਲੇਕਿਨ ਬੋਲ ਕੀ ਰਹੀ ਹੈ? ਉਹ ਨਿੰਦਾ ਬੋਲ ਰਹੀ ਹੈ, ਗੰਦ ਬੋਲ ਰਹੀ ਹੈ, ਜਾਂ ਗੁਰੂ ਗਿਆਨ ਜਾਂ ਗੁਰੂ ਦੀ ਗੱਲ ਬੋਲ ਰਹੀ ਹੈ, ਮਿੱਠਾ ਬੋਲ ਰਹੀ ਹੈ ਜਾਂ ਕੌੜਾ ਬੋਲ ਰਹੀ ਹੈ। ਹਸਤ ਪੁਨੀਤ ਪਵਿੱਤਰ ਹੈ। ਕਿਹੜੇ ਹਸਤ? ਜਿਹੜੇ ਜੇਬ ਕੱਟ ਰਹੇ ਨੇ, ਜਿਹੜੇ ਕਿਸੇ ਨੂੰ ਕਤਲ ਕਰ ਰਹੇ ਨੇ, ਜਾਂ ਫਿਰ ਜਿਹੜੇ ਰਿਸ਼ਵਤ ਦੀ ਮਾਇਆ ਨੂੰ ਐਕਸੈਪਟ ਕਰ ਰਹੇ ਨੇ, ਉਹ ਹੱਥ ਪ੍ਰਵਾਨ ਪਵਿੱਤਰ ਨੇ? ਨਹੀਂ। ਜੇ ਹਰ ਜਸ ਹਰ ਹਰ ਲਿਖੇ ਰਾਮ, ਲਿਖ ਰਹੇ ਨੇ ਜਿਹੜੇ ਅਕਾਲ ਦੀ ਉਸਤਤ। ਸੋ ਅੱਖ ਉਹੀ ਪਵਿੱਤਰ ਹੈ ਜਿਹੜੀ ਦੇਖ ਸਕ ਰਹੀ ਹੈ। ਬੁੱਲਾ ਜੀ ਕਹਿੰਦੇ ਨੇ, ਬੁੱਲਿਆ ਸ਼ੌਹੋ ਅਸਾਂ ਥੀ ਵੱਖ ਨਹੀਂ, ਬਿਨ ਸ਼ੌਹ ਦੇ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ। ਬੋਲਿਆ ਸ਼ੌਹ ਅਸਾਂ ਥੀ ਵੱਖ ਨਹੀਂ, ਬਿਨ ਸ਼ੌਹ ਦੇ ਦੂਜਾ ਕੱਖ ਨਹੀਂ। ਅਕਾਲ ਪੁਰਖ ਰੱਬ ਸਾਡੇ ਤੋਂ ਅਲੱਗ ਨਹੀਂ ਹੈ, ਵੱਖਰਾ ਨਹੀਂ ਹੈ, ਔਰ ਉਸ ਅਕਾਲ ਪੁਰਖ ਤੋਂ ਬਿਨਾਂ ਕੱਖ ਵੀ ਨਹੀਂ ਹੈ, ਲੇਕਿਨ ਵੇਖਣ ਵਾਲੀ ਅੱਖ ਨਹੀਂ। ਉਹ ਅੱਖ ਪੈਦਾ ਕਰਨੀ ਪੈਂਦੀ ਹੈ। ਇਸ ਕਰਕੇ ਅੱਜ ਦੇ ਪਵਿੱਤਰ ਮਹਾਂਫਰਮਾਨ ਦੇ ਵਿੱਚ ਸਤਿਗੁਰਾਂ ਨੇ ਸਰੀਰ ਦੇ ਅੰਗਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਅੰਗਾਂ ਦਾ ਜਿਹੜਾ ਕੰਮ ਹੈ ਉਸ ਕੰਮ ਨੂੰ ਕਰਦਿਆਂ ਹੋਇਆਂ, ਕਿਉਂਕਿ ਗਿਆਨ ਇੰਦਰੀਆਂ ਇਸੇ ਕਰਕੇ ਕਿਹਾ ਗਿਆ
ਕਿਉਂਕਿ ਅੱਖਾਂ ਦੇ ਨਾਲ ਦੇਖਣ ਦਾ ਗਿਆਨ ਹੁੰਦਾ। ਜਿਵੇਂ ਆਪਾਂ ਕਾਰ ਚਲਾ ਰਹੇ ਹਾਂ, ਕਾਰ ਚਲਾਉਂਦੇ ਵਕਤ ਸਾਡੇ ਪੈਰ ਤਾਂ ਨਹੀਂ ਦੇਖ ਰਹੇ ਕਿ ਅੱਗੇ ਬੱਚਾ ਆ ਗਿਆ, ਜਾਂ ਅੱਗੇ ਰੈੱਡ ਲਾਈਟ ਆ ਗਈ ਹੈ, ਜਾਂ ਅੱਗੇ ਭੀੜ ਆ ਗਈ ਹੈ, ਜਾਂ ਅੱਗੇ ਮੋੜ ਆ ਗਿਆ। ਇਹ ਪੈਰ ਨਹੀਂ ਦੇਖ ਰਹੇ। ਕਿਵੇਂ ਕਰਨੀ? ਇਹ ਹੱਥ ਵੀ ਨਹੀਂ ਦੇਖ ਰਹੇ ਕਿ ਅੱਗੇ ਮੋੜ ਆਇਆ, ਜਾਂ ਅੱਗੇ ਰੈੱਡ ਲਾਈਟ ਆਈ ਹੈ, ਜਾਂ ਅੱਗੇ ਕੋਈ ਪਸ਼ੂ ਆ ਗਿਆ, ਜਾਂ ਬੱਚਾ ਆ ਗਿਆ, ਜਾਂ ਅੱਗੋਂ ਮੁੜਨਾ। ਇਹ ਹੱਥ ਵੀ ਨਹੀਂ ਦੇਖ ਰਹੇ, ਇਹ ਮਸਤਕ ਵੀ ਨਹੀਂ ਦੇਖ ਰਿਹਾ, ਇਹ ਦਿਮਾਗ ਵੀ ਨਹੀਂ ਦੇਖ ਰਿਹਾ। ਕੇਵਲ ਇੱਕ ਸਰੀਰ ਦਾ ਅੰਗ ਅੱਖਾਂ ਉਹੀ ਦੇਖ ਰਹੀਆਂ ਨੇ, ਔਰ ਉਹ ਦੇਖਣ ਤੋਂ ਬਾਅਦ ਸੂਚਿਤ ਕਰ ਰਹੀਆਂ ਨੇ ਦਿਮਾਗ ਨੂੰ। ਇਹ ਇੱਕ ਪ੍ਰੋਸੈਸ ਹੈ, ਔਰ ਇਹ ਪ੍ਰੋਸੈਸ ਇੰਨੇ ਘੱਟ ਵਕਤ ਦੇ ਵਿੱਚ ਹੋ ਜਾਂਦਾ ਹੈ, ਇੰਨੇ ਘੱਟ ਵਕਤ ਦੇ ਵਿੱਚ ਹੋ ਜਾਂਦਾ ਹੈ ਕਿ ਬੰਦਾ, ਕਿਉਂਕਿ ਆਟੋਮੈਟਿਕ ਸਾਰਾ ਕੁਝ ਹੋ ਰਿਹਾ, ਇਸ ਕਰਕੇ ਬੰਦਾ ਇਸ ਪੱਖੋਂ ਸੋਚਦਾ ਹੀ ਨਹੀਂ। ਅੱਖਾਂ ਨੇ ਦੇਖਿਆ ਅੱਗੇ ਇੱਕਦਮ ਬੱਚਾ ਆਇਆ, ਜਾਂ ਅੱਗੇ ਇੱਕਦਮ ਕੋਈ ਪਸ਼ੂ ਆਇਆ, ਅੱਖਾਂ ਨੇ ਪੈਰਾਂ ਨੂੰ ਖਬਰ ਨਹੀਂ ਦਿੱਤੀ, ਅੱਖਾਂ ਨੇ ਹੱਥਾਂ ਨੂੰ ਖਬਰ ਨਹੀਂ ਦਿੱਤੀ, ਅੱਖਾਂ ਨੇ ਇੱਕਦਮ ਮਸਤਕ ਨੂੰ ਖਬਰ ਦਿੱਤੀ ਹੈ। ਮਸਤਕ ਨੇ ਫਿਰ ਅੱਗੋਂ, ਸੋਚ ਨੇ ਫਿਰ ਅੱਗੋਂ ਇੱਕਦਮ ਉਹਨਾਂ ਨੂੰ ਖਬਰ ਦਿੱਤੀ ਹੈ ਕਿ ਪੈਰ ਤੁਸੀਂ ਇੱਕਦਮ ਆਪਣਾ ਭਾਰ ਗੈਸ ਤੋਂ ਹਟਾ ਕੇ ਬ੍ਰੇਕ 'ਤੇ ਧਰ ਦਿਓ। ਹੱਥਾਂ ਨੂੰ ਖਬਰ ਦਿੱਤੀ ਹੈ, ਉਸੇ ਵਕਤ ਆਟੋਮੈਟਿਕ ਨਾਲੋਂ ਨਾਲ ਇਹ ਸੂਚਨਾ ਜਾਰੀ ਹੋ ਰਹੀ ਹੈ ਅੰਦਰੋਂ ਹੀ ਅੰਦਰ ਕਿ ਤੁਸੀਂ ਇੱਕਦਮ ਗੇਅਰ ਦੇ ਉੱਤੇ ਆਪਣਾ ਹੱਥ ਰੱਖ ਲਓ, ਸਟੀਅਰਿੰਗ ਮੋੜ ਦਿਓ। ਯਾਨੀ ਕਿ ਇੱਕ ਹੱਥ ਨਾਲ ਆਪਾਂ ਸਟੀਅਰਿੰਗ ਮੋੜਦੇ ਹਾਂ, ਇੱਕ ਹੱਥ ਨਾਲ ਗੇਅਰ ਦੇ ਉੱਤੇ ਹੱਥ ਰੱਖ ਲੈਂਦੇ ਹਾਂ, ਪੈਰ ਇੱਕਦਮ ਉੱਠ ਕੇ ਗੈਸ ਤੋਂ ਬ੍ਰੇਕ 'ਤੇ ਚਲਾ ਜਾਂਦਾ। ਇਹ ਸਭ ਸੁੱਤੇ ਸਿੱਧ ਨਹੀਂ ਹੋ ਗਿਆ। ਇਹ ਸਭ ਕਦੋਂ ਹੋਇਆ? ਜਦੋਂ ਗਿਆਨ ਦੀਆਂ ਇੰਦਰੀਆਂ ਸੋਚ ਨੂੰ ਖਬਰ ਦੇ ਰਹੀਆਂ ਨੇ, ਔਰ ਸੋਚ ਫਿਰ ਅੱਗੋਂ, ਦਿਮਾਗ ਫਿਰ ਅੱਗੋਂ ਉਹਨਾਂ ਅੰਗਾਂ ਨੂੰ ਉਹਨਾਂ ਦਾ ਕੰਮ ਦੇ ਰਿਹਾ। ਲੇਕਿਨ ਇਹ ਕਿੰਨੇ, ਇੱਕ ਸੈਕਿੰਡ ਤੋਂ ਵੀ ਕੁਝ ਵਕਤ ਘੱਟ ਦੇ ਸਮੇਂ ਦੇ ਅੰਦਰ ਹੋ ਗਿਆ। ਲੇਕਿਨ ਹੋਇਆ ਸਭ ਸਿਸਟਮ ਦੇ ਨਾਲ। ਪਰ ਮਨੁੱਖ ਇਸ ਨੂੰ ਸੋਚਦਾ ਨਹੀਂ। ਇਹ ਸੁੱਤੇ ਸਿੱਧ ਨਹੀਂ ਹੋ ਗਿਆ, ਪਰ ਮਨੁੱਖ ਦੇ ਲਈ ਸ਼ਾਇਦ ਸੁੱਤੇ ਸਿੱਧੀ ਹੈ। ਹੁਣ ਇਸ ਤਰ੍ਹਾਂ ਹੀ ਸਤਿਗੁਰੂ ਮਨੁੱਖ ਦੀਆਂ ਇਹਨਾਂ ਗਿਆਨ ਇੰਦਰੀਆਂ ਨੂੰ ਕਰਮ ਦੇ ਨਾਲ ਜੋੜਨਾ ਚਾਹੁੰਦੇ ਨੇ। ਅੱਖਾਂ ਦਾ ਕੰਮ ਹੈ ਦੇਖਣਾ, ਉਹਨਾਂ ਨੇ ਦੇਖਿਆ ਔਰ ਸੂਚਿਤ ਕੀਤਾ। ਸੂਚਿਤ ਕਰਨ ਤੋਂ ਬਾਅਦ ਸਾਰੇ ਦੇ ਸਾਰੇ ਸਰੀਰ ਦੇ ਅੰਗ ਹਰਕਤ ਦੇ ਵਿੱਚ ਆ ਗਏ। ਹੁਣ ਖਿਮਾ ਕਰਨੀ, ਜਿਹੜੀਆਂ ਅੱਖਾਂ ਦੇਖ ਹੀ ਡਾਂਸ ਰਹੀਆਂ ਨੇ, ਜਿਹੜੀਆਂ ਅੱਖਾਂ ਦੇਖ ਹੀ ਲੱਚਰ ਡਾਂਸ ਰਹੀਆਂ ਨੇ, ਜਿਹੜੇ ਕੰਨ ਸੁਣ ਹੀ ਡਿਸਕੋ ਰਹੇ ਨੇ, ਜਿਹੜੇ ਕੰਨ ਸੁਣ ਹੀ, ਉਹਨਾਂ ਕੰਨਾਂ ਨੇ ਫਿਰ ਭੰਗੜਾ ਹੀ ਪਾਉਣਾ ਨਾ। ਖਿਮਾ ਕਰਨੀ, ਜਿਹੜੇ ਕੰਨ ਸੁਣ ਹੀ ਲੱਚਰ ਗੀਤ ਰਹੇ ਨੇ, ਉਹਨਾਂ ਨੇ ਫਿਰ ਝੂਮਣਾ ਹੀ ਹੈ, ਉਹਨਾਂ ਦੇ ਜਿਸਮਾਂ ਨੇ ਫਿਰ ਝੂਮਣਾ ਹੀ ਹੈ ਨਾ। ਜਿਹੜੀਆਂ ਅੱਖਾਂ ਦੇਖ ਹੀ ਵਿਕਾਰ ਰਹੀਆਂ ਨੇ, ਉਹਨਾਂ ਦੇ ਜਿਸਮ ਦੇ ਵਿੱਚ ਜਗਣਾ ਕੀ ਹੈ? ਫਿਰ ਵਿਕਾਰ ਹੀ ਜਗਣਾ ਹੈ। ਤੋ ਜਿਨ੍ਹਾਂ ਅੱਖਾਂ ਨੇ ਵਿਕਾਰ ਦੇਖਿਆ, ਜਿਨ੍ਹਾਂ ਅੱਖਾਂ ਨੇ ਨਰਤਕੀਆਂ ਦੇਖੀਆਂ, ਅਰਧ ਨਗਨ ਨਾਚ ਦੇਖੇ, ਉਹਨਾਂ ਦੇ ਜਿਸਮਾਂ ਦੇ ਵਿੱਚ ਕਿਸ ਤਰ੍ਹਾਂ ਦੇ ਭਾਵ ਪੈਦਾ ਹੋਣਗੇ? ਉਹ ਭਾਵ ਹਰਗਿਜ਼ ਗੁਰਸਿੱਖਤਾ ਵਾਲੇ ਨਹੀਂ ਹੋ ਸਕਦੇ। ਉਹ ਭਾਵ ਹਰਗਿਜ਼ ਸੇਵਾ ਵਾਲੇ ਨਹੀਂ ਹੋ ਸਕਦੇ। ਉਹਨਾਂ ਦੇ ਹੱਥ ਕਿਵੇਂ ਸੇਵਾ ਦੇ ਲਈ ਉੱਠਣਗੇ? ਉਹਨਾਂ ਦੇ ਪੈਰ ਕਿਵੇਂ ਗੁਰਦੁਆਰ ਵੱਲ ਚੱਲਣਗੇ? ਸਭ ਕੁਛ ਹੀ ਖਰਾਬ ਕਰ ਲਿਆ, ਕਿਉਂਕਿ ਗਿਆਨ ਇੰਦਰੀਆਂ ਨੇ ਜੋ ਦੇਖਿਆ, ਸੋਚ ਉਸ ਤੋਂ ਬਾਅਦ। ਹੁਣ ਗਿਆਨ ਇੰਦਰੀਆਂ ਜਾਂ ਕੋਈ ਗੁਰਸਿੱਖ ਸੰਸਾਰ ਦੇ ਵਿੱਚ ਰਹਿੰਦੇ ਹੋਇਆਂ ਐਸੀਆਂ ਚੀਜ਼ਾਂ ਨਹੀਂ ਦੇਖੇਗਾ, ਐਸਾ ਨਹੀਂ ਹੋ ਸਕਦਾ। ਇੱਕ ਰਾਜਾ ਸੀ, ਉਸ ਰਾਜੇ ਨੂੰ ਗਿਆਨ ਪ੍ਰਾਪਤੀ ਦੀ ਇੱਛਾ ਜਗੀ ਕਿ ਗਿਆਨ ਕਿਵੇਂ ਪ੍ਰਾਪਤ ਕਰ ਸਕਦਾ? ਮੇਰੇ ਪਾਸ ਬਹੁਤ ਖੂਬਸੂਰਤ ਸੌਣ ਦੇ ਸਾਧਨ ਨੇ, ਬੜੇ ਖੂਬਸੂਰਤ ਕਮਰੇ ਨੇ, ਨੌਕਰ ਚਾਕਰ ਨੇ, ਰਾਸ ਲੀਲਾਵਾਂ ਹੁੰਦੀਆਂ ਨੇ ਦਰਬਾਰ ਦੇ ਵਿੱਚ, ਔਰ ਇਹਨਾਂ ਸਾਰੀਆਂ ਅਵਸਥਾਵਾਂ ਦੇ ਵਿੱਚ ਜੋ ਮੈਂ ਦੇਖ ਰਿਹਾ, ਇਸ ਤਰ੍ਹਾਂ ਕਿ ਮਨ ਦਾ ਗਿਆਨ ਜਾਗਰਤ ਹੋਏਗਾ, ਰੱਬੀ ਗਿਆਨ ਜਾਗਰਤ ਹੋਏਗਾ। ਔਰ ਸੰਸਾਰ ਦੇ ਵਿੱਚ ਵਿਚਰਦਿਆਂ ਗੁਜ਼ਰਦਿਆਂ ਐਸਾ ਤਾਂ ਕਦੀ ਨਹੀਂ ਹੋ ਸਕਦਾ ਕਿ ਪੱਬ ਨਜ਼ਰ ਨਾ ਆਵੇ, ਜਾਂ ਟੈਲੀਵਿਜ਼ਨ ਉੱਪਰ ਕਿਸੇ ਨੇ ਆਪਣੇ ਆਪ ਨੂੰ ਕੋਈ ਗੁਰਸਿੱਖ ਕਹਿੰਦਾ ਹੋਵੇ ਔਰ ਉਸ ਨੇ ਹਾਥੀ ਦੇ ਹੱਥ ਆਪਣਾ ਛਾਤੀ 'ਤੇ ਰੱਖ ਕੇ ਕੋਈ ਕਹਿ ਦੇਵੇ ਕਿ ਉਸ ਨੇ ਕਦੀ ਐਸਾ ਨਜ਼ਾਰਾ ਨਹੀਂ ਦੇਖਿਆ ਜਿਹੜਾ ਕਿ ਵਿਕਾਰਾਂ ਨੂੰ ਜਗਾਉਂਦਾ ਹੈ। ਕਦੀ ਹੋ ਹੀ ਨਹੀਂ ਸਕਦਾ। ਸਭ ਨੂੰ ਪਤਾ ਹੈ। ਬਸ ਇੱਥੇ ਹੀ ਗੱਲ ਆਪਾਂ ਧਰਮ ਦੀ ਸਮਝਣੀ ਹੈ ਕਿ ਸਭ ਕੁਛ ਹੁੰਦਿਆਂ ਹੋਇਆ ਹੁਣ ਉਹ ਰਾਜਾ ਗਿਆਨ ਹਾਸਲ ਕਰਨਾ ਚਾਹੁੰਦਾ ਹੈ ਕਿ ਸੰਸਾਰ ਦੇ ਵਿੱਚ ਸਭ ਕੁਛ ਹੋਏਗਾ। ਕੋਈ ਗੁਰਸਿੱਖ ਕੀ ਦਾਵਾ ਕਰ ਸਕਦਾ ਹੈ ਕਿ ਉਸਨੇ ਸ਼ਰਾਬ ਦੀ ਬੋਤਲ ਨਹੀਂ ਦੇਖੀ? ਹਾਂ, ਨਹੀਂ ਪੀਤੀ, ਐਸਾ ਦਾਵਾ ਕਰ ਸਕਦਾ, ਪਰ ਨਹੀਂ ਦੇਖੀ ਐਸਾ ਤਾਂ ਨਹੀਂ ਕਰ ਸਕਦਾ ਦਾਵਾ। ਹਰ ਕਿਸੇ ਨੇ ਦੇਖੀ ਹੋਏਗੀ, ਲੇਕਿਨ ਸੇਵਨਾ ਹਰ ਕਿਸੇ ਨੇ ਨਹੀਂ ਕੀਤੀ। ਕਿਉਂ? ਕਿਉਂਕਿ ਉਸ ਦੀਆਂ ਗਿਆਨ ਇੰਦਰੀਆਂ ਨੇ ਜਿਹੜੀ ਸੋਚ ਦੀ ਸ਼ਕਤੀ ਹੈ ਉਸ ਨੂੰ ਪਰਿਵਰਤਿਤ ਕੀਤਾ ਹੋਇਆ ਧਰਮ ਵੱਲ।
ਤੋ ਜਿਨ੍ਹਾਂ ਨੇ ਆਪਣੀ ਸੋਚ ਦੀ ਸ਼ਕਤੀ ਨੂੰ ਧਰਮ ਵੱਲ ਪਰਿਵਰਤਿਤ ਨਹੀਂ ਕੀਤਾ ਹੋਇਆ, ਉਹ ਲੋਕ ਫਿਰ ਦੇਖਣ ਤੋਂ ਬਾਅਦ ਗੁਨਾਹ ਕਰ ਲੈਂਦੇ ਨੇ, ਦੇਖਣ ਤੋਂ ਬਾਅਦ ਪੀ ਲੈਂਦੇ ਨੇ। ਦੇਖਦਾ ਗੁਰਸਿੱਖ ਵੀ ਹੈ, ਲੇਕਿਨ ਉਹ ਕਦੀ ਸੇਵਨ ਨਹੀਂ ਕਰਦਾ। ਉਸ ਰਾਜੀ ਨੂੰ ਗਿਆਨ ਦੀ ਇੱਛਾ ਪੈਦਾ ਹੋਈ। ਆਖਰ ਉਸਨੇ ਆਪਣੇ ਨਗਰ ਦੇ ਮਹਾਰਿਸ਼ੀ ਨੂੰ ਸੱਦ ਲਿਆ ਕਿ ਗਿਆਨ ਹਾਸਲ ਕਰਨਾ ਚਾਹੁੰਦਾ, ਲੇਕਿਨ ਕਿਉਂਕਿ ਮੈਂ ਰਾਜਾ ਹਾਂ, ਇਸ ਕਰਕੇ ਮੈਨੂੰ ਪ੍ਰੈਕਟੀਕਲੀ ਗਿਆਨ ਚਾਹੀਦਾ ਹੈ ਕਿ ਸੰਸਾਰ ਵਿੱਚ ਕੋਈ ਐਸਾ ਰਾਜਾ ਹੈ ਜਿਹੜਾ ਧਰਮੀ ਵੀ ਹੋਵੇ, ਉਹ ਰਾਜ ਵੀ ਕਰਦਾ ਹੋਵੇ। ਮਹਾਰਿਸ਼ੀ ਇਸ ਦੀ ਗੱਲ ਨੂੰ ਸਮਝ ਗਿਆ ਕਿ ਰਾਜਾ ਕਿਸ ਕਿਸਮ ਦਾ ਗਿਆਨ ਚਾਹੁੰਦਾ, ਕਿਉਂਕਿ ਸੰਸਾਰ ਦੇ ਵਿੱਚ ਅੱਖਾਂ ਜੋ ਦੇਖਦੀਆਂ ਨੇ, ਮਨ ਉਹ ਕਰਨਾ ਚਾਹੁੰਦਾ ਹੈ। ਕੰਨ ਜੋ ਸੁਣਦੇ ਨੇ, ਮਨ ਉਹ ਕਰਨਾ ਚਾਹੁੰਦਾ, ਮਨ ਉਹ ਸੁਣਨਾ ਚਾਹੁੰਦਾ ਹੈ। ਅਤੇ ਅੱਖਾਂ ਕੀ ਦੇਖ ਰਹੀਆਂ ਨੇ? ਅੱਖਾਂ ਇਸ ਸੰਸਾਰ ਦਾ ਨਜ਼ਾਰਾ ਦੇਖ ਰਹੀਆਂ, ਚਲਚਿੱਤਰ ਦੇਖ ਰਹੀਆਂ ਨੇ। ਇਸੇ ਕਰਕੇ ਮਨ ਲੋਚਦਾ ਹੈ ਮਨੁੱਖ ਦਾ। ਕਿਸੇ ਵੱਡੇ ਐਕਟਰ ਨੂੰ ਕਿਸੇ ਖੂਬਸੂਰਤ ਐਕਟਰੈਸ ਦੇ ਨਾਲ ਦੇਖ ਲਿਆ ਤਾਂ ਮਨ ਲਲਚਾਉਂਦਾ ਹੈ, ਖਿਮਾ ਕਰਨੀ। ਇਹ ਮਨ ਦੀ ਅਵਸਥਾ ਹੈ। ਉਸ ਰਿਸ਼ੀ ਨੇ ਉਸ ਰਾਜੇ ਨੂੰ ਇੱਕ ਰਾਜੇ ਦਾ ਪਤਾ ਦਿੱਤਾ ਕਿ ਉਸ ਦੇ ਰਾਜ ਦਰਬਾਰ ਦੇ ਵਿੱਚ ਚਲਾ ਜਾ, ਹੋ ਸਕਦਾ ਤੈਨੂੰ ਗਿਆਨ ਹੋ ਜਾਵੇ। ਰਾਜਾ ਇਹ ਸੋਚ ਕੇ ਤੁਰ ਪਿਆ ਔਰ ਉਸ ਦੀ ਨਗਰ ਦੇ ਵਿੱਚ ਪ੍ਰਵੇਸ਼ ਕਰ ਗਿਆ। ਲੇਕਿਨ ਨਗਰ ਦੇ ਵਿੱਚ ਪ੍ਰਵੇਸ਼ ਕਰਦਿਆਂ ਕੀ ਦੇਖਦਾ ਕਿ ਖੱਬੇ ਪਾਸੇ ਬੈਠੇ ਲੋਕ ਸ਼ਰਾਬ ਪੀ ਰਹੇ ਨੇ, ਬੋਤਲਾਂ ਚੱਲ ਰਹੀਆਂ ਨੇ, ਨਰਤਕੀਆਂ ਨਾਚ ਕਰ ਰਹੀਆਂ ਨੇ। ਔਰ ਇਸ ਤਰ੍ਹਾਂ ਹੀ ਕਰਦਿਆਂ ਸਾਰਾ ਰਸਤਾ ਉਸਨੇ ਤੈਅ ਕੀਤਾ। ਕਿਤੇ ਕੋਈ ਰਿਸ਼ਵਤ ਲੈ ਰਿਹਾ, ਕਿਤੇ ਕੋਈ ਕੁਛ ਕਰ ਰਿਹਾ, ਕਿਤੇ ਮੈਖਾਨਾ ਬਣਿਆ ਹੋਇਆ ਹੈ, ਕਿਤੇ ਲੋਕ ਝੂਮ ਰਹੇ ਨੇ, ਕਿਤੇ ਲੋਕ ਨੱਚ ਰਹੇ ਨੇ, ਕਿਤੇ ਲੋਕ ਗਾ ਰਹੇ ਨੇ। ਹਰ ਪਾਸੇ ਐਸਾ ਮੰਜ਼ਰ। ਇੱਥੇ ਭਗਤੀ ਕਿੱਥੇ? ਔਰ ਇੱਥੇ ਭਗਤੀ ਮਨੁੱਖ ਕਰੇਗਾ ਵੀ ਕਿਵੇਂ? ਆਖਰ ਉਸਨੇ ਸੋਚਿਆ ਕਿ ਰਿਸ਼ੀ ਨੇ ਉਸਨੇ ਭੇਜਿਆ ਹੈ, ਕੋਈ ਤਾਂ ਗੱਲ ਹੋਏਗੀ। ਉਹ ਚੱਲਦਾ ਗਿਆ। ਆਖਰ ਉਸ ਦੇ ਰਾਜ ਦਰਬਾਰ ਤੱਕ ਪਹੁੰਚ ਗਿਆ। ਰਾਜੇ ਨੇ ਉਸ ਰਾਜੇ ਦਾ ਬਹੁਤ ਸਤਿਕਾਰ ਕੀਤਾ, ਕਿਉਂਕਿ ਉਸਨੂੰ ਪਤਾ ਸੀ ਕਿ ਇੱਕ ਰਾਜਾ ਮੇਰੇ ਪਾਸ ਆ ਰਿਹਾ ਹੈ। ਔਰ ਜਿਸ ਵਕਤ ਉਸ ਨੂੰ ਸੌਣ ਦਾ ਕਮਰਾ ਦਿਖਾਇਆ ਗਿਆ, ਸੌਣ ਦਾ ਕਮਰਾ ਕੇਵਲ ਉਨਾ ਹੀ ਸੀ ਜਿੰਨਾ ਮੁਸ਼ਕਿਲ ਦੇ ਨਾਲ ਇੱਕ ਬੈੱਡ ਵਿੱਚ ਸਕੇ, ਇੱਕ ਪਲੰਗ। ਲੇਕਿਨ ਉਹ ਪਲੰਗ ਬੜਾ ਖੂਬਸੂਰਤ ਰੇਸ਼ਮੀ ਕੱਪੜਿਆਂ ਦੇ ਨਾਲ ਸਜਿਆ ਹੋਇਆ। ਰਾਜਾ ਉਸ ਉੱਪਰ ਲੇਟ ਗਿਆ ਔਰ ਲੇਟਦੇ ਸਾਰ ਹੀ ਉਸਨੇ ਕੀ ਦੇਖਿਆ ਕਿ ਉਸ ਦੇ ਉੱਪਰ ਇੱਕ ਕਿਰਪਾਨ ਲਟਕ ਰਹੀ ਹੈ, ਜਿਸ ਦਾ ਧਾਗਾ ਬਿਲਕੁਲ ਟੁੱਟਣ ਵਾਲਾ ਹੈ। ਦਰਵਾਜ਼ਾ ਬੰਦ ਹੋ ਗਿਆ, ਕਿਰਪਾਨ ਉੱਪਰ ਲਟਕ ਰਹੀ। ਸਾਰੀ ਰਾਤ ਉਹ ਸੋ ਨਹੀਂ ਸਕਿਆ ਕਿ ਕਿਰਪਾਨ ਕਿਤੇ ਟੁੱਟ ਨਾ ਜਾਏ। ਨੀਂਦ ਕਿੱਥੇ ਹੋਣੀ ਸੀ? ਸਵੇਰ ਹੁੰਦੇ ਦਰਵਾਜ਼ਾ ਖੋਲ੍ਹਿਆ ਗਿਆ। ਰਾਜੇ ਨੇ ਫਿਰ ਉਸ ਰਾਜੇ ਦੀ ਬਹੁਤ ਆਓ ਭਗਤ ਕੀਤੀ, ਪਰ ਉਹ ਰਾਜਾ ਕਹਿਣ ਲੱਗਾ ਕਿ ਇਹ ਕਿਸ ਕਿਸਮ ਦੀ ਮਹਿਮਾਨਵਾਜ਼ੀ, ਤੁਸੀਂ ਤਾਂ ਮੈਨੂੰ ਰਾਤ ਸੌਣ ਹੀ ਨਹੀਂ ਦਿੱਤਾ। ਉਹ ਕਹਿਣ ਲੱਗਾ ਤੁਸੀਂ ਗਿਆਨ ਦੀ ਗੱਲ ਸਮਝਣ ਆਏ ਸੋ, ਮੈਂ ਗਿਆਨ ਦੀ ਗੱਲ ਹੀ ਸਮਝਾਉਣਾ ਚਾਹੁੰਦਾ ਸੀ। ਕਹਿਣ ਲੱਗਾ ਉਹ ਕਿਵੇਂ? ਕਹਿਣ ਲੱਗਾ ਤੁਸੀਂ ਜਦੋਂ ਰਾਜ ਦਰਬਾਰ ਦੇ ਵਿੱਚ ਜਾਂ ਰਾਜ ਨਗਰ ਦੇ ਵਿੱਚ ਪ੍ਰਵੇਸ਼ ਕੀਤੇ ਤਾਂ ਤੁਹਾਨੂੰ ਆਸ-ਪਾਸ ਗੰਦਗੀ ਨਜ਼ਰ ਆਈ। ਅਰਧ ਨਗਰ ਨਰਤਕੀਆਂ ਨੱਚਦੀਆਂ ਨਜ਼ਰ ਆਈਆਂ। ਸ਼ਰਾਬ ਦੇ ਵਿੱਚ ਝੂਮਦੇ ਲੋਕ ਨਜ਼ਰ ਆਏ। ਕਿਤੇ ਲੋਕ ਸ਼ਰਾਬ ਪੀ ਕੇ ਮਦਹੋਸ਼ ਹੋ ਰਹੇ ਨੇ, ਕਿਤੇ ਲੋਕ ਨਾਚ ਰਸ ਦੇ ਵਿੱਚ ਭੰਗੜੇ ਪਾ ਰਹੇ ਨੇ, ਕਿਤੇ ਲੋਕ ਕੁਛ ਕਰ ਰਹੇ ਨੇ, ਕਿਤੇ ਕੁਛ। ਇਹ ਸਭ ਕੁਛ ਤੁਹਾਨੂੰ ਨਜ਼ਰ ਆਇਆ, ਤੁਹਾਡਾ ਮਨ ਲਲਚਾਇਆ। ਲੇਕਿਨ ਇਹ ਸਭ ਕੁਛ ਤੁਹਾਡੀ ਸੋਚ ਦੇ ਵਿੱਚ ਉਸ ਵਕਤ ਵੜ ਚੁੱਕਾ ਸੀ ਜਿਸ ਵਕਤ ਤੁਸੀਂ ਮੇਰੇ ਦਰਬਾਰ 'ਚ ਦਾਖਲ ਹੋਏ। ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਆਰਾਮ ਕਰਨ ਦੇ ਲਈ ਇੱਕ ਬੈੱਡ ਦਿੱਤਾ, ਪਲੰਗ ਦਿੱਤਾ, ਬਹੁਤ ਖੂਬਸੂਰਤ ਪਲੰਗ। ਲੇਕਿਨ ਉਸ ਦੇ ਉੱਪਰ ਇੱਕ ਕਿਰਪਾਨ ਲਟਕ ਰਹੀ ਸੀ। ਉਹ ਟੁੱਟਣੀ ਨਹੀਂ ਸੀ, ਕੇਵਲ ਅਹਿਸਾਸ ਸੀ ਤੁਹਾਨੂੰ ਕਿ ਟੁੱਟੇਗੀ। ਹੁਣ ਹੋਇਆ ਕਿ ਉਸ ਦੇ ਵਿੱਚ ਕਿ ਜਿਸ ਵਕਤ ਤੁਹਾਨੂੰ ਆਪਣੇ ਸਿਰ 'ਤੇ ਮੌਤ ਲਟਕਦੀ ਨਜ਼ਰ ਆਈ, ਤੁਸੀਂ ਉਸ ਵਕਤ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ। ਤੁਸੀਂ ਭੁੱਲ ਗਏ ਜੋ ਤੁਸੀਂ ਰਸਤੇ ਵਿੱਚ ਦੇਖਿਆ ਸੀ। ਫਿਰ ਤੁਹਾਨੂੰ ਯਾਦ ਨਹੀਂ ਆਇਆ, ਨਾ ਸ਼ਰਾਬ ਦੀਆਂ ਬੋਤਲਾਂ, ਨਾ ਨਸ਼ਾ, ਨਾ ਵਿਕਾਰ, ਨਾ ਵਿਸ਼ਾ, ਨਾ ਨਰਤਕੀਆਂ ਨੱਚਦੀਆਂ, ਕੁਛ ਵੀ ਯਾਦ ਨਹੀਂ ਆਇਆ। ਕੇਵਲ ਉਸ ਵਕਤ ਮੌਤ ਯਾਦ ਰਹੀ ਔਰ ਪ੍ਰਭੂ ਦਾ ਸਿਮਰਨ ਹੋ ਗਿਆ। ਮੈਂ ਉਹ ਕਿਰਪਾਨ ਇਸੇ ਕਰਕੇ ਲਟਕਾਈ ਸੀ ਕਿ ਇੱਕ ਮੌਤ ਦੀ ਕਿਰਪਾਨ ਸਾਡੇ ਉੱਪਰ ਲਟਕ ਰਹੀ ਹੈ। ਇਸ ਗੱਲ ਨੂੰ ਸੋਚ ਕੇ ਸੰਸਾਰ 'ਚ ਚੱਲਣਾ ਕਿ ਹਰ ਕਿਸੇ ਨੇ ਮਰਨਾ ਇੱਕ ਦਿਨ। ਔਰ ਜਿਹੜੀ ਕਿਰਪਾਨ ਮੌਤ ਦੀ ਲਟਕ ਰਹੀ ਹੈ, ਉਸ ਕਿਰਪਾਨ ਨੂੰ ਲਟਕਾਇਆ ਅਕਾਲ ਪੁਰਖ ਨੇ, ਕਿਉਂਕਿ ਉਹਦੇ ਹੁਕਮਾਂ ਮੁਤਾਬਕ ਅਸੀਂ ਸੰਸਾਰ 'ਚ ਆਏ। ਹੁਕਮ ਦੇ ਮੁਤਾਬਕ ਉੱਠ ਜਾਵਾਂਗੇ। ਔਰ ਜਿਹੜੀ ਲਟਕ ਰਹੀ ਹੈ ਕਿਰਪਾਨ, ਇਹ ਪੈਗਾਮ ਹੈ ਮੌਤ ਦਾ ਕਿ ਕਿਸੇ ਪਲ ਵੀ ਟੁੱਟ ਸਕਦੀ ਉਹ ਕਿਰਪਾਨ, ਭਾਵ ਕਿਸੇ ਪਲ ਵੀ ਆ ਸਕਦੀ ਹੈ ਮੌਤ। ਇਸ ਕਰਕੇ ਆਪਣੀ ਜਵਾਨੀ 'ਤੇ ਜਾਂ ਇਸ ਗੱਲ 'ਤੇ ਫਖਰ ਨਾ ਕਰੀ ਕਿ ਅਜੇ ਤਾਂ ਬਹੁਤ ਦਿਨ ਪਏ ਨੇ, ਛਕ ਲਾਵਾਂਗੇ ਅੰਮ੍ਰਿਤ, ਅਜੇ ਤਾਂ ਬਹੁਤ ਜ਼ਿੰਦਗੀ ਪਈ ਹੈ।
ਹਰ ਪਲ ਜਿਸ ਨੂੰ ਲਟਕਦੀ ਨਜ਼ਰ ਆਏਗੀ ਮੌਤ, ਹਰ ਪਲ ਜਿਸ ਨੂੰ ਲਟਕਦਾ ਨਜ਼ਰ ਆਏਗਾ ਇੱਕ ਕਾਲ, ਉਹ ਸੰਸਾਰ ਦੇ ਵਿੱਚ ਦੇਖੇਗਾ ਸਭ ਕੁਝ, ਲੇਕਿਨ ਉਹਨਾਂ ਵਿੱਚ ਇੰਡਲਜ ਨਹੀਂ ਹੋਏਗਾ, ਗੜੁੱਚ ਨਹੀਂ ਹੋਏਗਾ ਉਹਨਾਂ ਵਿੱਚ। ਤਾਂ ਮੈਂ ਬੇਨਤੀ ਕੀਤੀ ਸੀ ਕਿ ਐਸਾ ਤਾਂ ਕਦੀ ਹੋ ਨਹੀਂ ਸਕਦਾ ਕਿ ਰਸਤੇ ਵਿੱਚ ਚਲਦਿਆਂ ਪੱਬ ਜਾਂ ਮੈਖਾਨਾ ਗੁਰਸਿੱਖ ਨੇ ਦੇਖਿਆ ਨਾ ਹੋਵੇ, ਨਜ਼ਰ ਨਾ ਆਇਆ ਹੋਵੇ। ਸਭ ਕੁਝ ਨਜ਼ਰ ਆਏਗਾ ਸੰਸਾਰ ਵਿੱਚ, ਸਭ ਕੁਝ ਹੋਏਗਾ, ਲੇਕਿਨ ਉਸ ਦੀਆਂ ਸੰਸਾਰਕ ਜਿਹੜੀਆਂ ਸਰੀਰਕ ਗਿਆਨ ਇੰਦਰੀਆਂ ਨੇ ਨਾ, ਉਹ ਉਸ ਨੂੰ ਇਸ ਦੀ ਇਜਾਜ਼ਤ ਨਹੀਂ ਦੇਣਗੀਆਂ, ਕਿਉਂਕਿ ਉਹ ਗਿਆਨ ਇੰਦਰੀਆਂ ਦਾ ਸੰਬੰਧ ਰੱਬੀ ਸੋਚ ਦੇ ਨਾਲ ਜੁੜ ਚੁੱਕਾ ਹੋਵੇਗਾ। ਔਰ ਇਹੋ ਹੀ ਗੁਰੂ ਗਿਆਨ ਹੈ। ਜਿੱਥੇ ਸਤਿਗੁਰ ਆਪਣੀ ਜਿੰਦੜੀ ਨੂੰ ਸਮਝਾ ਰਹੇ ਨੇ, ਲੇਕਿਨ ਗੱਲ ਮੇਰੇ ਵਰਗਿਆਂ ਨੂੰ ਸਮਝਾਉਣ ਵਾਸਤੇ ਹੈ। ਹਉ ਬਲਿਹਾਰੀ ਤਿਨਕੋ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਆਧਾਰੂ ਰਾਮ। ਪਹਿਲੀ ਗੱਲ ਨਾਮ ਦੇ ਆਧਾਰ ਦੀ ਹੈ, ਕਿਉਂਕਿ ਨਾਮ ਦਾ ਆਧਾਰ ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ, ਬਿਕ ਭੌਜਲ ਤਾਰਨ ਹਾਰੂ ਰਾਮ। ਪਹਿਲੀ ਗੱਲ ਇਹ ਸਮਝ ਲੈਣੀ ਕਿ ਬਿਕ ਭੌਜਲ ਹੈ ਇਹ ਸੰਸਾਰ, ਔਰ ਇਸ ਦੇ ਵਿੱਚ ਤਾਰਨ ਹਾਰੂ ਕੇਵਲ ਇੱਕ ਰਾਮ ਹੈ, ਕੇਵਲ ਇੱਕ ਅਕਾਲ ਪੁਰਖ ਹੈ, ਹੋਰ ਕੋਈ ਨਹੀਂ। ਸਤਿਗੁਰ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਜਿੱਤਿਆ ਕੌਣ ਹੈ, ਕਿਉਂਕਿ ਜੈਕਾਰੂ ਸ਼ਬਦ ਵਰਤਿਆ ਸਤਿਗੁਰ ਨੇ। ਜੈਕਾਰਾ ਦਾ ਅਸਲੀ ਮਤਲਬ ਜੋ ਹੈ, ਅਸਲੀ ਅਰਥ ਜੋ ਹੈ, ਉਹ ਹੈ ਜਿੱਤ ਦੀ ਖੁਸ਼ੀ ਦੇ ਵਿੱਚ ਮਨੁੱਖ ਦੇ ਮਨ ਵਿੱਚੋਂ ਉਚਰਨ ਕੀਤੀ ਹੋਈ ਕੋਈ ਚੀਜ਼, ਜਿੱਤ ਦੀ ਖੁਸ਼ੀ ਦੇ ਵਿੱਚ ਨਿਕਲਿਆ ਹੋਇਆ ਜੈਕਾਰਾ। ਤੇ ਜਿੱਤਣਾ ਕਿਸ ਨੂੰ ਹੈ? ਆਪਾਂ ਇਸ ਸੰਸਾਰ ਨੂੰ। ਤੇ ਜਿੱਤਣਾ ਕਿਵੇਂ ਹੈ? ਮਨ ਜਿੱਤ ਕੇ। ਮਨ ਜੀਤੇ ਜਗ ਜੀਤ, ਬੜੀ ਸਪਸ਼ਟ ਗੱਲ ਹੈ। ਹੁਣ ਸਤਿਗੁਰ ਕਹਿੰਦੇ ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਏ, ਤਿੰਨ ਸੰਤ ਜਨਾ ਜੈਕਾਰੋ ਰਾਮ। ਜਿੱਤ ਗਏ ਉਹ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਇੱਕ ਅਕਾਲ ਪੁਰਖ ਨੂੰ ਸਮਝ ਲਿਆ, ਉਸ ਤੋਂ ਬਾਅਦ ਕਿਸੇ ਹੋਰ ਨੂੰ ਸਮਝਣ ਦੀ ਲੋੜ ਨਹੀਂ। ਔਰ ਸਤਿਗੁਰ ਕਹਿੰਦੇ ਨੇ, ਕਿਉਂਕਿ ਹੁਣ ਨਾਨਕ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਵਰਤੀ ਗਈ ਪਾਵਨ ਪੰਕਤੀ ਹੈ, ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ, ਸਭ ਦੁੱਖ ਨਿਵਾਰਨ ਹਾਰੋ ਰਾਮ। ਨਿਵਰ ਗਏ ਸਭ ਦੁੱਖ। ਹੁਣ ਪਾਤਸ਼ਾਹ ਕਹਿੰਦੇ ਨੇ ਗਿਆਨ ਦਿਓ ਇੰਦਰੀ ਪਹਿਲੀ ਰਸਨਾ, ਉਹਦਾ ਕੰਮ ਕੀ ਹੈ? ਬੋਲਣਾ। ਪਾਤਸ਼ਾਹ ਕਹਿੰਦੇ ਧਨ ਹੈ ਸਾ ਰਸਨਾ, ਧਨ ਧਨ ਹੈ ਮੇਰੀ ਜਿੰਦੜੀਏ, ਗੁਰ ਗਾਵੇ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਧਨ ਹੈ ਉਹ, ਭਾਗ ਭਰੀ ਹੈ ਉਹ ਜਿਨ੍ਹਾਂ ਨੇ ਕੀਤਾ ਕੀ? ਅਕਾਲ ਪੁਰਖ ਦੇ ਗੁਣ ਗਾਏ। ਕਿਉਂਕਿ ਇਸੇ ਹੀ ਰਸਨਾ ਰਾਹੀਂ ਆਪਾਂ ਗਾਲਾਂ ਕੱਢਦੇ ਹਾਂ, ਇਸੇ ਹੀ ਰਸਨਾ ਰਾਹੀਂ ਨਿੰਦਾ ਵੀ ਕਰਦੇ ਹਾਂ, ਇਸੇ ਹੀ ਰਸਨਾ ਰਾਹੀਂ ਉਸਤਤ ਹੁੰਦੀ ਹੈ। ਹੁਣ ਸੋਚ ਮਨੁੱਖ ਨੇ ਆਪਣੀ ਡਿਵੈਲਪ ਕਰਨੀ ਹੈ। ਤਾਂ ਮੈਂ ਬੇਨਤੀ ਕੀਤੀ ਸੀ, ਜਿਸ ਦੀ ਸੋਚ ਰੱਬ ਦੇ ਪ੍ਰਤੀ ਡਿਵੈਲਪ ਹੋ ਗਈ ਹੈ, ਉਹ ਫਿਰ ਨਿੰਦਕ ਨਹੀਂ ਹੋਏਗਾ, ਉਹ ਫਿਰ ਆਪਣੀ ਜ਼ੁਬਾਨ ਨੂੰ ਗੰਦੀ ਕਰਨ ਵਾਲਾ ਨਹੀਂ ਹੋਏਗਾ, ਉਹ ਤਾਣੇ ਮੇਨੇ ਨਹੀਂ ਮਾਰੇਗਾ। ਇਸ ਕਰਕੇ ਉਹ ਰਸਨਾ ਧਨ ਹੋ ਜਾਏਗੀ ਜਿਹੜੀ ਗੁਰੂ ਦੇ ਗੁਣ ਗਾਏਗੀ। ਤੇ ਸਵਰਨ ਭਲੇ ਸੋਭਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣੇ ਹਰ ਤੇਰੇ ਰਾਮ। ਕਿਹੜੇ ਕੰਨ ਸੋਭਨੀਕ ਨੇ ਉਸ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ, ਜਿਹੜੇ ਡਿਸਕੋ ਸੁਣਦੇ ਨੇ? ਨਹੀਂ। ਹੁਣ ਡਿਸਕੋ ਕੰਨਾਂ ਦੇ ਵਿੱਚ ਨਹੀਂ ਪਏਗਾ, ਐਸਾ ਤਾਂ ਨਹੀਂ ਹੋ ਸਕਦਾ। ਕਿਉਂਕਿ ਕਈ ਵਾਰੀ ਕਈ ਗੁਰਸਿੱਖ ਮੈਨੂੰ ਫੋਨ ਕਰਦੇ ਹੈ ਕਿ ਜੀ ਮਜਬੂਰੀ ਬਸ ਉਹਨਾਂ ਵਿਆਹਾਂ ਸ਼ਾਦੀਆਂ ਵਿੱਚ ਜਾਣਾ ਪੈਂਦਾ, ਜਿਹੜੇ ਸਾਡੇ ਰਿਸ਼ਤੇਦਾਰ ਨੇ, ਫਿਰ ਉੱਥੇ ਉਹ ਡਿਸਕੋ ਵਜਾਉਂਦੇ ਨੇ ਕਿੰਨੀ ਉੱਚੀ ਉੱਚੀ ਆਵਾਜ਼ ਦੇ ਵਿੱਚ, ਬੰਦਾ ਆਪਸ 'ਚ ਗੱਲ ਵੀ ਨਹੀਂ ਕਰ ਰਿਹਾ ਹੁੰਦਾ। ਔਰ ਯਕੀਨ ਮੰਨਣਾ ਉੱਥੇ ਜਾ ਕੇ ਘਬਰਾਹਟ ਜੀ ਹੁੰਦੀ ਹੈ। ਔਰ ਇਸ ਕਰਕੇ ਗੁਰਸਿੱਖ ਔਰ ਜਿਹੜੇ ਮਨਮੁਖ ਨੇ ਉਹ ਬੜਾ ਇੰਜੋਏ ਕਰ ਰਹੇ ਹੁੰਦੇ ਨੇ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ ਫਿਰੇ ਜੋ ਬੈਤਾਲਿਆ, ਦੇਖਣਾ ਭੂਤਾਂ ਵਾਂਗੂ ਨੱਚ ਰਹੇ ਹੁੰਦੇ ਨੇ, ਜਿੱਦਾਂ ਬੈਤਾਲ ਨੱਚ ਰਿਹਾ ਹੁੰਦਾ। ਹੁਣ ਉਹ ਸੁਰ ਥੋੜ੍ਹੀ ਹੈ ਜਿਹੜਾ ਵਜਾ ਰਹੇ ਨੇ, ਲੱਚਰ ਗੀਤ ਸੁਣ ਵੀ ਰਹੇ ਨੇ, ਸੁਣ ਕੇ ਫਿਰ ਝੂਮ ਵੀ ਰਹੇ ਨੇ, ਕਿਉਂਕਿ ਉਹਨਾਂ ਦਾ ਜਿਹੜੀ ਸੋਚ ਹੈ ਉਹ ਰੱਬੀ ਨਹੀਂ ਹੈ, ਜਾਂ ਆਪਣੀ ਸੋਚ ਨੂੰ ਰੱਬ ਵਾਲੇ ਪਾਸੇ ਨਹੀਂ ਲਿਜਾ ਸਕੇ। ਇਸ ਕਰਕੇ ਹੁਣ ਬੈਠਾ ਹੋਏਗਾ ਗੁਰਸਿੱਖ ਉਸ ਜਗ੍ਹਾ ਉੱਪਰ, ਉਹਨੂੰ ਇਹ ਚੰਗਾ ਹੀ ਨਹੀਂ ਲੱਗੇਗਾ। ਮਨਮੁਖ ਨੂੰ ਕੀਰਤਨ ਚੰਗਾ ਨਹੀਂ ਲੱਗਦਾ, ਗੁਰਮੁਖ ਨੂੰ ਡਿਸਕੋ ਚੰਗਾ ਨਹੀਂ ਲੱਗਦਾ। ਬਿਰਤੀ ਬਣ ਗਈ ਨਾ ਆਪਣੀ ਆਪਣੀ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੇ ਗੁਰ ਪੈਰੇ ਰਾਮ। ਸੀਸ ਦਾ ਕੰਮ ਹੈ ਝੁਕਣਾ ਨਮਰਤਾ ਵਜੋਂ, ਲੇਕਿਨ ਕਿਸੇ ਦੁਨਿਆਵੀ ਰਾਜੇ ਅੱਗੇ ਨਹੀਂ, ਕਿਸੇ ਜ਼ੁਲਮ ਦੇ ਅੱਗੇ ਨਹੀਂ, ਉਸ ਇੱਕ ਅਕਾਲ ਪੁਰਖ ਦੇ ਅੱਗੇ, ਹੋਰ ਕਿਸੇ ਅੱਗੇ ਵੀ ਨਹੀਂ। ਇਸ ਕਰਕੇ ਜਿਹੜਾ ਰਾਜੇ ਅੱਗੇ ਚੁੱਕਿਆ, ਜਿਹੜਾ ਜ਼ੁਲਮ ਅੱਗੇ ਚੁੱਕਿਆ, ਚਮਚਾਗਿਰੀ ਲਈ ਚੁੱਕਿਆ, ਉਹ ਸੀਸ ਪ੍ਰਵਾਨ ਨਹੀਂ ਹੈ ਜਿਹੜਾ ਇੱਕ ਅੱਗੇ ਚੁੱਕਿਆ। ਔਰ ਫਿਰ ਉਸ ਤੋਂ ਬਾਅਦ ਕਿਸੇ ਅੱਗੇ ਚੁੱਕਣ ਦੀ ਲੋੜ ਨਹੀਂ ਪਈ। ਗੁਰ ਵਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਚਿਤੇਰੇ ਰਾਮ।
ਵਾਹਿਗੁਰੂ ਅਕਾਲ ਪੁਰਖ ਦਾ ਨਾਮ। ਤੇ ਨੇਤਰ ਭਲੇ ਪਰਵਾਨ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖੇ ਰਾਮ। ਕਿਹੜੀਆਂ ਅੱਖਾਂ? ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਜਿਹੜੀਆਂ ਅਕਾਲ ਪੁਰਖ ਦਾ ਰੂਪ ਇਸ ਸੰਸਾਰ ਦੇ ਵਿੱਚ ਦੇਖਣ ਦੇ ਕਾਬਲ ਹੋ ਗਈਆਂ ਨੇ। ਉਹ ਪ੍ਰਵਾਨ ਨੇ ਨੇਤਰ ਜੋ ਸਾਧੂ ਸਤਿਗੁਰ ਦੇਖੇ ਰਾਮ। ਸਾਧ ਸੰਗਤ ਦੇ ਵਿੱਚ ਜਾ ਕੇ ਜਿਹੜੇ ਸਤਿਗੁਰ ਦੇ ਦਰਸ਼ਨ ਕਰਦੀਆਂ ਨੇ, ਤੇ ਸਤਿਗੁਰ ਦੇ ਦਰਸ਼ਨ, ਕਿਉਂਕਿ ਸਾਧ ਸੰਗਤ ਦੇ ਵਿੱਚ ਤਾਂ ਸਾਰੇ ਹੀ ਜਾਂਦੇ ਨੇ, ਪਤਿਤ ਵੀ ਜਾਂਦਾ, ਪਤਿਤ ਹੀ ਵਾਪਸ ਆ ਜਾਂਦਾ, ਪੋਲੀਟੀਸ਼ੀਅਨ ਵੀ ਜਾਂਦਾ, ਪ੍ਰਧਾਨ ਬਣ ਕੇ ਵਾਪਸ ਆ ਜਾਂਦਾ, ਗੁੰਡੇ ਬਦਮਾਸ਼ ਲੈ ਕੇ ਜਾਂਦਾ, ਜਾਲੀ ਵੋਟਾਂ ਬਣਵਾਉਂਦਾ, ਸਭ ਗੁਰੂ ਘਰਾਂ 'ਚ ਹੋ ਰਿਹਾ। ਤਾਂ ਫਿਰ ਕੀ ਉਹ ਨੇਤਰ ਪ੍ਰਵਾਨ ਹੋ ਜਾਣਗੇ? ਕੀ ਉਹ ਹਸਤ ਪ੍ਰਵਾਨ ਹੋ ਜਾਣਗੇ ਜਿਹੜੇ ਜਾਲੀ ਵੋਟਾਂ ਬਣਾ ਰਹੇ ਨੇ? ਖਿਮਾ ਕਰਨੀ, ਆਪਾਂ ਕਿਹੜੇ ਕੰਮ ਲਈ ਗਏ ਗੁਰੂ ਘਰ? ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੇ ਹਰ ਜਸ ਹਰ ਹਰ ਲੇਖੇ ਰਾਮ। ਲਿਖਦੇ ਨੇ ਜਿਹੜੇ, ਉਸ ਅਕਾਲ ਦੀ ਉਸਤਤ ਲਿਖਦੇ ਨੇ ਜਿਹੜੇ, ਤੇ ਜਿਹੜੇ ਲਿਖ ਲਿਖ ਕੇ ਆਪਾਂ ਇਹ ਵੀ ਕਰਦੇ ਹਾਂ ਨਾ, ਫਲਾਣੇ ਦੇ ਖਿਲਾਫ ਲਿਖ ਲਿਖ ਕੇ ਇੰਟਰਨੈਟ ਦੇ ਵਿੱਚ ਪਾ ਦਿੰਦੇ ਹਾਂ, ਉਹ ਜੀ ਉਹ ਸੰਸਥਾ ਦੇ ਨਾਲ, ਉਹ ਤਾਂ ਆਹ ਫਲਾਣਾ ਬੰਦਾ ਜੀ। ਅੱਜ ਕੱਲ੍ਹ ਨਿੰਦਾ ਵੀ ਤਾਂ ਆਪਾਂ ਲਿਖ ਲਿਖ ਕੇ ਕਰਦੇ ਹਾਂ ਨਾ, ਉਸਤਤ ਵੀ ਲਿਖ ਲਿਖ ਕੇ ਕਰਦੇ ਹਾਂ। ਲੇਕਿਨ ਉਸਤਤ ਕੌਣ ਕਰਦੇ ਨੇ? ਹੁਣ ਮੈਂ ਕਈ ਵਾਰੀ ਸੋਚਦਾ, ਹੈ ਉਹ ਗੁਰਸਿੱਖ ਹੀ ਨੇ, ਔਰ ਮੈਨੂੰ ਲੋਕ ਫੋਨ ਕਰ ਕਰਕੇ ਕਹਿੰਦੇ ਨੇ ਜੀ ਆਹ ਲਿਖਿਆ ਉਹਨਾਂ ਨੇ ਤੁਹਾਡੇ ਖਿਲਾਫ, ਆ ਲਿਖਿਆ ਉਹਨਾਂ ਨੇ ਫਲਾਣੇ ਦੇ ਖਿਲਾਫ, ਔਰ ਹੈ ਵੀ ਉਹ ਗੁਰਸਿੱਖ, ਨਜ਼ਰ ਵੀ ਉਹ ਗੁਰਸਿੱਖ ਆਉਂਦੇ ਨੇ, ਔਰ ਉਹਨਾਂ ਨੂੰ ਕਹਿ ਕੇ ਵੀ ਦੇਖੋ ਜਰਾ, ਉਹ ਲੜਨ ਲੱਗ ਪੈਣਗੇ ਤੁਹਾਡੇ ਨਾਲ। ਲੇਕਿਨ ਉਹ ਸਮਝ ਨਹੀਂ ਰਹੇ। ਸੋਚ ਅਜੇ ਵੀ ਦੁਨਿਆਵੀ ਹੈ, ਆਪਣੀ ਸੋਚ ਨੂੰ ਜਿੰਨੀ ਦੇਰ ਤੱਕ, ਔਰ ਇਹ ਇੱਕ ਕਿਸਮ ਦੀ ਨਿੰਦਾ ਕਰ ਰਹੇ ਨੇ। ਪਰ ਪਤਾ ਨਹੀਂ ਲੱਗ ਰਿਹਾ। ਕਿਉਂ ਪਤਾ ਨਹੀਂ ਲੱਗ ਰਿਹਾ? ਕਿਉਂਕਿ ਕੇਵਲ ਭੇਖ ਸਿੱਖੀ ਦਾ ਬਣਾਉਣ ਦੇ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ। ਸਤਿਗੁਰ ਕਹਿੰਦੇ ਨੇ, ਤਿਸ ਜਨ ਕੇ ਪਗ ਨਿਤ ਪੂਜੀਏ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚਲੇ ਹੈ ਰਾਮ। ਧਰਮ ਦੇ ਮਾਰਗ ਤੇ ਜਿਹੜੇ ਚੱਲ ਰਹੇ ਨੇ, ਉਹ ਪੱਗ, ਉਹ ਪੈਰ ਸ਼ੋਭਨੀਕ ਨੇ, ਪੂਜਣਯੋਗ ਨੇ। ਨਾਨਕ ਤਿਨ ਵਿਟੋਂ ਵਾਰਿਆ ਮੇਰੀ ਜਿੰਦੜੀਏ, ਹਰ ਸੁਣ ਹਰ ਰਾਮ, ਹਰ ਸੁਣ ਹਰ ਨਾਮ ਮਨੇਸੇ ਰਾਮ। ਮੰਨਣਗੇ ਜਿਹੜੇ ਨਾਮ ਨੂੰ ਸੁਣਨ ਤੋਂ ਬਾਅਦ। ਮਨੇਸੇ ਦਾ ਮਤਲਬ ਮੰਨਣਾ, ਮੰਨਣਾ, ਮੰਨਣ ਦਾ ਮਤਲਬ, ਕਿਉਂਕਿ ਮਨ ਕਰਕੇ ਜਿਹੜਾ ਮੰਨ ਗਿਆ ਉਹੀ ਗੁਰਮੁਖ ਹੋ ਗਿਆ। ਤਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੇ ਰਾਮ। ਪੌਣ ਪਾਣੀ ਬੈਸੰਤਰ ਮੇਰੀ ਜਿੰਦੜੀਏ, ਨਿਤ ਹਰ 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 ਜਸ ਗਾਵੇ ਰਾਮ। ਵੇਣ ਤ੍ਰਣ ਸਭ ਆਕਾਰ ਹੈ ਮੇਰੀ ਜਿੰਦੜੀਏ, ਮੁਖ ਹਰ ਹਰ ਨਾਮ ਧਿਆਵੇ ਰਾਮ। ਨਾਨਕ ਤੇ ਹਰ ਤਰ ਪਹਿਨਾਇਆ ਮੇਰੀ ਜਿੰਦੜੀਏ, ਜੋ ਗੁਰਮੁਖ ਭਗਤ ਮਨ ਲਾਵੇ ਰਾਮ। ਆਕਾਸ਼ ਪਤਾਲ ਧਰਤੀ ਹਰੇਕ ਹੀ ਅਕਾਲ ਪੁਰਖ ਦਾ ਸਿਮਰਨ ਦੇ ਵਿੱਚ ਜੁੜਿਆ ਹੋਇਆ ਹੈ। ਹਵਾ ਪਾਣੀ ਅੱਗ ਹਰੇਕ ਤੱਤ ਵੀ ਪਰਮਾਤਮਾ ਦੀ ਸਿਫਤ ਦਾ ਗੀਤ ਗਾ ਰਿਹਾ ਹੈ। ਸਤਿਗੁਰ ਕਹਿੰਦੇ ਨੇ, ਮੇਰੀ ਜਿੰਦੜੀਏ ਜੰਗਲ ਕਾ ਇਹ ਜੋ ਦਿਸਦਾ ਸੰਸਾਰ ਹੈ, ਉਸ ਅਕਾਲ ਪੁਰਖ ਦੇ ਨਾਮ ਦੇ ਅਧੀਨ ਹੈ। ਨਾਮ ਹੀ ਇਹਨਾਂ ਦਾ ਆਧਾਰ ਹੈ। ਜੇ ਸਮਝ ਸਕਣ ਤਾਂ ਸਤਿਗੁਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਹੇਠ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਮੇਰੀ ਜਿੰਦੜੀਏ ਜਿਹੜਾ ਜਿਹੜਾ ਜੀਵ ਗੁਰੂ ਦੀ ਸ਼ਰਨ ਪੈ ਕੇ ਅਕਾਲ ਪੁਰਖ ਪਰਮਾਤਮਾ ਦੀ ਭਗਤੀ ਦੇ ਵਿੱਚ ਆਪਣਾ ਮਨ ਜੋੜ ਲੈਂਦਾ, ਸਾਰੇ ਉਹ ਪਰਮਾਤਮਾ ਦੇ ਦਰ 'ਤੇ ਸਤਿਕਾਰੇ ਜਾਂਦੇ ਨੇ। ਲੋਕ ਜਿਨ੍ਹਾਂ ਨੇ ਆਪਣੀ ਸੋਚ ਨੂੰ ਪਵਿੱਤਰ ਕਰਕੇ ਆਪਣੇ ਸਾਰੇ ਅੰਗਾਂ ਨੂੰ ਹੀ ਪਵਿੱਤਰ ਕਰ ਲਿਆ, ਕਿਉਂਕਿ ਜੇ ਸੋਚ ਪਵਿੱਤਰ ਨਹੀਂ ਤਾਂ ਅੰਗ ਵੀ ਪਵਿੱਤਰ ਨਹੀਂ। ਬਹੁਤ ਬਹੁਤ ਆਪ ਜੀ ਦਾ ਧੰਨਵਾਦ, ਬਹੁਤ ਬਹੁਤ ਆਪ ਜੀ ਦਾ ਸ਼ੁਕਰਾਨਾ। ਹੋਈਆਂ ਭੁੱਲਾਂ ਦੇ ਲਈ ਆਪ ਜੀ ਦਾ ਦਾਸ ਦੋਵੇਂ ਹੱਥ ਜੋੜ ਕੇ ਖਿਮਾ ਮੰਗਦਾ। ਆਪ ਸੁਣ ਰਹੇ ਹੋ ਇਸ ਵਕਤ ਚੜ੍ਹਦੀ ਕਲਾ ਦਾ ਪ੍ਰੋਗਰਾਮ ਆਪਣੇ ਦਾਸ ਗੁਰਦੀਪ ਸਿੰਘ ਦੇ ਨਾਲ। ਚੜ੍ਹਦੀ ਕਲਾ ਦੀ ਦੂਸਰੇ ਦੌਰ ਦੇ ਵਿੱਚ ਆਪ ਜੀ ਦੇ ਦਾਸ ਵੱਲੋਂ ਆਪ ਜੀ ਦਾ ਤਹਿ ਦਿਲੋਂ ਸਵਾਗਤ ਹੈ। ਸਤਿਗੁਰਾਂ ਨੇ ਸਰੀਰ ਦੇ ਉਹਨਾਂ ਅੰਗਾਂ ਨੂੰ, ਜਿਹੜੀਆਂ ਗਿਆਨ ਇੰਦਰੀਆਂ ਮਨੁੱਖ ਦੀਆਂ ਰਸਨਾ, ਸਰਵਣ, ਨੇਤਰ, ਹਸਤ, ਪੱਗ, ਜਿਨ੍ਹਾਂ ਦੇ ਨਾਲ ਮਨੁੱਖ ਸੰਸਾਰਕ ਕਾਰੂ ਵਿਵਹਾਰ ਕਰਦਾ ਹੈ, ਸੰਸਾਰਕ ਕਾਰੂ ਵਿਵਹਾਰ ਸੰਭਾਲਦਾ ਹੈ। ਲੇਕਿਨ ਇਹਨਾਂ ਦੋਨਾਂ ਦਾ ਪ੍ਰਤੀਕਰਮ ਦੁਵੱਲਾ ਹੈ। ਅੱਖਾਂ ਦੇ ਨਾਲ ਲੱਚਰ ਦੇਖਿਆ ਵੀ ਜਾਂਦਾ ਹੈ ਔਰ ਪਵਿੱਤਰਤਾ ਵੀ ਦੇਖੀ ਜਾਂਦੀ ਹੈ। ਹੁਣ ਦੇਖਣਾ ਕੀ ਹੈ, ਲੱਚਰਤਾ ਜਾਂ ਪਵਿੱਤਰਤਾ? ਕੰਨਾਂ ਦੇ ਨਾਲ ਲੱਚਰਤਾ ਵੀ ਸੁਣੀ ਜਾ ਸਕਦੀ ਹੈ, ਪਵਿੱਤਰਤਾ ਵੀ ਸੁਣੀ ਜਾ ਸਕਦੀ ਹੈ।
ਹੱਥਾਂ ਦੇ ਨਾਲ ਪਾਪ ਵੀ ਕਮਾਇਆ ਜਾ ਸਕਦਾ ਔਰ ਪੁੰਨ ਵੀ ਕਮਾਇਆ ਜਾ ਸਕਦਾ ਹੈ। ਪੈਰਾਂ ਦੇ ਨਾਲ ਪੱਬ ਤੱਕ ਵੀ ਚੱਲ ਕੇ ਜਾਇਆ ਜਾ ਸਕਦਾ ਹੈ, ਜੂਏ ਘਰ ਤੱਕ ਵੀ ਚੱਲ ਕੇ ਜਾਇਆ ਜਾ ਸਕਦਾ ਹੈ, ਗੁਰਦੁਆਰੇ ਵੀ ਚੱਲ ਕੇ ਜਾਇਆ ਜਾ ਸਕਦਾ ਹੈ। ਪਰ ਫੈਸਲਾ ਕਿਸ ਨੇ ਕਰਨਾ ਹੈ? ਮਨੁੱਖ ਦੀ ਸੋਚ ਨੇ। ਸੋਚ ਹੀ ਮਨਮੁਖ ਹੈ, ਸੋਚ ਹੀ ਗੁਰਮੁਖ ਹੈ। ਖਿਮਾ ਕਰਨੀ। ਸੋਚ ਦੇ ਨਾਲ ਹੀ ਮਨੁੱਖ ਦੇ ਅੰਦਰ ਮਨਮੁਖਤਾ ਡਿਵੈਲਪ ਹੁੰਦੀ ਹੈ, ਸੋਚ ਦੇ ਨਾਲ ਹੀ ਮਨੁੱਖ ਦੇ ਅੰਦਰ ਗੁਰਮੁਖਤਾ ਡਿਵੈਲਪ ਹੁੰਦੀ ਹੈ। ਕਰਨਾ ਉਸਨੇ ਕੀ ਹੈ? ਇਸੇ ਕਰਕੇ ਆਪਣੀ ਸੋਚ ਨੂੰ ਜਿਸ ਵਾਲੇ ਪਾਸੇ ਮਰਜ਼ੀ ਤੋੜ ਦਿਓ, ਮਨੁੱਖ ਨੂੰ ਫਿਰ ਉਸ ਪੱਖੋਂ ਹੀ ਗੱਲਾਂ ਉਤਰਦੀਆਂ ਨੇ, ਦ੍ਰਿੜ ਹੁੰਦੀਆਂ ਨੇ। ਆਮ ਲੋਕ ਹੈਰਾਨ ਹੋ ਜਾਂਦੇ ਨੇ ਕਿ ਇੱਕ ਕਾਰਟੂਨਿਸਟ ਰੋਜ਼ ਨਵੇਂ ਕਾਰਟੂਨ ਕਿਵੇਂ ਬਣਾ ਲੈਂਦਾ ਹੈ। ਆਮ ਲੋਕ ਹੈਰਾਨ ਹੋ ਜਾਂਦੇ ਨੇ ਕਿ ਇੱਕ ਕਹਾਣੀਕਾਰ ਰੋਜ਼ ਨਵੀਆਂ ਕਹਾਣੀਆਂ ਕਿਵੇਂ ਲਿਖ ਲੈਂਦਾ ਹੈ। ਇੱਕ ਨਾਵਲਕਾਰ ਰੋਜ਼ ਨਵੇਂ ਆਈਡੀਏ ਕਿੱਥੋਂ ਲੈ ਲੈਂਦਾ ਹੈ। ਅਸਲ ਦੇ ਵਿੱਚ ਉਸ ਦੀ ਸੋਚ ਹੀ ਉਸ ਪੱਖੋਂ ਉਸ ਵੱਲ ਦੌੜ ਰਹੀ ਹੁੰਦੀ ਹੈ। ਔਰ ਸੰਸਾਰ ਦੇ ਵਿੱਚ ਨਿਤਾ ਪ੍ਰਤੀ ਮਨੁੱਖ ਰੋਜ਼ ਹੀ ਅੱਖਾਂ ਦੇ ਨਾਲ ਕੁਝ ਦੇਖਦਾ ਹੈ, ਕੰਨਾਂ ਦੇ ਨਾਲ ਕੁਝ ਸੁਣਦਾ ਹੈ। ਜਿਵੇਂ ਸੜਕ ਦੇ ਉੱਪਰ ਹੋਇਆ ਕੋਈ ਹਾਦਸਾ, ਉਸ ਦੇ ਹਾਦਸੇ ਦੇ ਲਾਗਿਓਂ ਹਰ ਕਿਸਮ ਦਾ ਮਨੁੱਖ ਗੁਜ਼ਰਦਾ ਹੈ। ਜੇ ਕਵੀ ਗੁਜ਼ਰਿਆ ਉਸੇ ਹਾਦਸੇ ਉੱਪਰ ਉਸਨੇ ਕਵਿਤਾ ਲਿਖ ਦੇਣੀ ਹੈ, ਲੇਕਿਨ ਕਿੰਨੇ ਕੁ ਨੇ ਉਹ? ਬਹੁਤ ਥੋੜ੍ਹੇ। ਕੋਈ ਕਹਾਣੀਕਾਰ ਗੁਜ਼ਰਿਆ ਅਤੇ ਉਸਨੇ ਉਸੇ ਹਾਦਸੇ ਨੂੰ ਪਲਾਟ ਬਣਾ ਕੇ ਉਸ ਉੱਪਰ ਕਹਾਣੀ ਲਿਖ ਦੇਣੀ ਹੈ, ਲੇਕਿਨ ਕਿੰਨੇ ਕੁ ਨੇ? ਉਹ ਬਹੁਤ ਥੋੜ੍ਹੇ। ਗੁਰਸਿੱਖ ਕੋਈ ਲੰਘਿਆ ਹੈ ਤਾਂ ਉਸਨੇ ਉਸ ਵਕਤ ਲੰਘਦਿਆਂ ਹੋਇਆਂ ਅਰਦਾਸ ਕਰਨੀ ਹੈ ਕਿ ਸਤਿਗੁਰ ਤੇਰੇ ਹੁਕਮ ਅੰਦਰ। ਜੇ ਉਹ ਮਨੁੱਖ ਜ਼ਖਮੀ ਹੈ ਤਾਂ ਉਸ ਨੂੰ ਬਚਾ। ਐਂਬੂਲੈਂਸ ਲੰਘਦੀ ਹੈ ਸਾਹਮਣੇ ਤਾਂ ਵੀ ਗੁਰਸਿੱਖ ਇਹ ਕਹਿੰਦਾ ਕਿ ਜੋ ਜਾ ਰਹੀ ਹੈ ਪਾਤਸ਼ਾਹ ਤੇਰੇ ਹੁਕਮ ਅੰਦਰ। ਰਸਤੇ ਦੇ ਵਿੱਚ ਹਰ ਚੀਜ਼ ਆਪਾਂ ਦੇਖਦੇ ਹਾਂ, ਕਦੀ ਫਿਊਨਲ ਪਾਰ ਦੇ ਲਈ ਗੱਡੀਆਂ ਜਾ ਰਹੀਆਂ ਨੇ। ਇਹ ਸੰਸਾਰ ਦੇ ਵਿੱਚ ਸਾਰੀਆਂ ਚੀਜ਼ਾਂ ਨੇਤਰ ਦੇਖਦੇ ਨੇ। ਉਸੇ ਹੀ ਹਾਦਸੇ ਦੇ ਲਾਂਘਿਓ ਮੇਰੇ ਵਰਗੇ ਮੂਰਖ ਵੀ ਲੰਘਦੇ ਨੇ, ਚੁੱਪ ਕਰਕੇ ਲੰਘੀ ਜਾ ਰਹੇ ਨੇ, ਜਾਂ ਉਹ ਹਾਦਸੇ ਦੇ ਵਿੱਚੋਂ ਆਨੰਦ ਵੀ ਲੈਂਦੇ ਨੇ, ਖੜੇ ਹੋ ਜਾਂਦੇ ਨੇ ਉੱਥੇ, ਦੇਖੀਏ ਵੀ ਹੋਇਆ ਕੀ ਹੈ। ਤਾਂ ਮੇਰੇ ਵਰਗੇ ਮੂਰਖਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਵਾਹਿਗੁਰੂ ਅਕਾਲ ਪੁਰਖ ਨਾਮ ਜਪਣ ਵਾਲੇ ਕਿੰਨੇ ਕੁ ਨੇ ਜਿਹੜੇ ਅਰਦਾਸ ਕਰਦੇ ਨੇ ਕਿਸੇ ਹਾਦਸੇ ਨੂੰ ਦੇਖ ਕੇ, ਕਿਸੇ ਕੋਲੋਂ ਲੰਘੀ ਜਾਂਦੀ ਐਂਬੂਲੈਂਸ ਨੂੰ ਦੇਖ ਕੇ। ਉਹ ਗੁਰਸਿੱਖ ਬਹੁਤ ਥੋੜ੍ਹੇ ਨੇ, ਕਿਉਂਕਿ ਸਤਿਗੁਰ ਦਾ ਇਹ ਫੈਸਲਾ ਜੋ ਤੁਧ ਸੱਚ ਤੇ ਆਉਂਦੇ ਸੇ ਵਿਰਲੇ ਥੋੜ੍ਹੇ। ਜਿਹੜੇ ਸੱਚੇ ਮਨ ਕਰਕੇ ਤੈਨੂੰ ਧਿਆ ਰਹੇ ਨੇ ਉਹ ਬਹੁਤ ਵਿਰਲੇ ਨੇ, ਬਹੁਤ ਥੋੜ੍ਹੇ ਨੇ। ਅਸਲ ਦੇ ਵਿੱਚ ਸੱਚੇ ਮਨ ਕਰਕੇ ਬਹੁਤ ਥੋੜ੍ਹੇ ਇਸ ਕਰਕੇ ਨੇ ਕਿਉਂਕਿ ਧਰਮ ਦੇ ਪ੍ਰਤੀ ਚੱਲਣ ਵਾਲੇ ਲੋਕ ਕਿੰਨੇ ਕੁ ਨੇ। ਹਾਂ, ਹਰ ਕੋਈ ਆਪਣੇ ਆਪ ਨੂੰ ਧਰਮੀ ਤਾਂ ਜ਼ਰੂਰ ਰਖਵਾਉਂਦਾ ਹੈ, ਲੇਕਿਨ ਧਰਮ ਪਕੜ ਦੇ ਵਿੱਚ ਨਹੀਂ ਹੈ। ਇਸ ਕਰਕੇ ਸਤਿਗੁਰਾਂ ਨੇ ਮਨੁੱਖ ਦੀਆਂ ਸਰੀਰਕ ਉਹਨਾਂ ਇੰਦਰੀਆਂ ਨੂੰ, ਸਰੀਰਕ ਉਹਨਾਂ ਹਿੱਸਿਆਂ ਨੂੰ, ਸਰੀਰਕ ਉਹਨਾਂ ਅੰਗਾਂ ਨੂੰ ਧਨ ਦੱਸਿਆ, ਲੇਕਿਨ ਆਖਿਰ ਦੇ ਵਿੱਚ ਫੈਸਲਾ ਕੀ ਕੀਤਾ ਪਾਤਸ਼ਾਹ ਨੇ? ਨਾਨਕ ਤੇ ਹਰ ਦਰ ਪਹਿਨਾਇਆ ਮੇਰੀ ਜਿੰਦੜੀਏ, ਜੋ ਗੁਰਮੁਖ ਭਗਤ ਮਨ ਲਾਵੇ ਰਾਮ। ਕਿਉਂਕਿ ਕੇਂਦਰ ਜਿਹੜਾ ਹੈ ਉਹ ਮਨ ਹੈ, ਜਿਹਨੂੰ ਆਪਾਂ ਸੋਚ ਕੇ ਹੈ। ਮਨ ਕਰਕੇ ਜਿਸ ਨੇ ਅਕਾਲ ਪੁਰਖ ਦੇ ਪ੍ਰਤੀ ਆਪਣੇ ਆਪ ਨੂੰ ਜੋੜ ਲਿਆ, ਉਸ ਦਾ ਸੀਸ ਫਿਰ ਕੇਵਲ ਇੱਕ ਅਕਾਲ ਪੁਰਖ ਅੱਗੇ ਹੀ ਝੁਕੇਗਾ, ਕਿਸੇ ਟੂਣੇ ਧਾਰ ਅੱਗੇ ਨਹੀਂ, ਕਿਸੇ ਡੇਰੇ ਧਾਰ ਅੱਗੇ ਨਹੀਂ, ਕਿਸੇ ਮੂਰਤੀ ਦੇ ਅੱਗੇ ਨਹੀਂ, ਕਿਸੇ ਪੱਥਰ ਦੇ ਅੱਗੇ ਨਹੀਂ, ਕਿਸੇ ਜ਼ਾਲਮ ਦੇ ਅੱਗੇ ਨਹੀਂ, ਕਿਸੇ ਜ਼ਬਰ ਦੇ ਅੱਗੇ ਨਹੀਂ। ਮੈਂ ਕਈ ਵਾਰੀ ਸੋਚਦਾ ਹੁੰਦਾ, ਕਈ ਵਾਰੀ ਐਵੇਂ ਹੀ ਮਨ ਦੇ ਵਿੱਚ ਖਿਆਲ ਆ ਜਾਂਦਾ, ਸੋਚਦਿਆਂ ਕਿ ਜਿਵੇਂ ਜ਼ੁਲਮ ਕਰਦੇ ਸਨ ਮੁਗਲ ਔਰ ਕਹਿੰਦੇ ਸਨ ਕਿ ਇਸਲਾਮ ਕਬੂਲ ਕਰੋ। ਹੁਣ ਜ਼ਾਹਿਰ ਤੌਰ ਪਰ ਕੋਈ ਉਸ ਵਕਤ ਡਰ ਜਾਵੇ ਮੌਤ ਤੋਂ, ਜਿਵੇਂ ਹੁਣ ਖੋਪਰ ਉਤਰਵਾਣਾ ਆਪਾਂ ਕਹਿ ਦਿੰਦੇ ਹਾਂ, ਕਹਿਣ ਵਾਲਾ ਕਹਿ ਦਿੰਦਾ, ਸੁਣਨ ਵਾਲਾ ਸੁਣ ਲੈਂਦਾ, ਪਰ ਇਹ ਕਹਿਣਾ ਸੁਣਨਾ ਤਾਂ ਹੋ ਸਕਦਾ ਬਹੁਤ ਆਸਾਨ ਹੋਵੇ, ਲੇਕਿਨ ਉਤਰਵਾਣਾ ਉਸ ਮੰਜ਼ਰ 'ਤੇ ਲਿਜਾ ਕੇ ਸੋਚਣਾ ਕਿੰਨਾ ਮੁਸ਼ਕਿਲ ਹੈ। ਟੋਟੇ ਕਰਕੇ ਗਲੀਆਂ ਵਿੱਚ ਹਾਰ ਪਵਾਉਣੀ, ਇਹ ਸਾਡਾ ਇਤਿਹਾਸ ਹੈ। ਔਰ ਇਸ ਨੂੰ ਕਿਹਾ ਜਾਂਦਾ ਕਿ ਦੇਖੋ ਕਿਤੇ ਇਤਿਹਾਸ ਨਾ ਬਣਾ ਦਿਓ ਜੇ, ਐਸੇ ਮੂਰਖ ਲੋਕ ਵੀ ਹੈ ਨੇ। ਲੇਕਿਨ ਅਗਰ ਕੋਈ
ਜ਼ਬਰ ਦੇ ਅੱਗੇ ਝੁਕ ਜਾਵੇ ਔਰ ਕਵੇ ਕਿ ਮੈਂ ਕਿਹੜਾ ਕੋਈ ਮਨ ਕਰਕੇ ਕਬੂਲ ਕਰ ਰਿਹਾ, ਮੈਂ ਕਿਹੜਾ ਕੋਈ ਮਨ ਕਰਕੇ ਕਬੂਲ ਕਰ ਰਿਹਾ, ਤਨ ਕਰਕੇ ਕਬੂਲ ਕਰ ਲਓ, ਹੁਣ ਤਨ ਤਾਂ ਬਚਾ ਲਓ ਘੱਟੋ ਘੱਟ। ਫਿਰ ਐਸੇ ਲੋਕਾਂ ਨੂੰ ਆਪਾਂ ਕੀ ਕਵਾਂਗੇ ਜਿਨ੍ਹਾਂ ਨੇ ਫॉर द टाइम ਬਿੰਗ ਆਪਣਾ ਤਨ ਬਚਾ ਲਿਆ, ਮਨ ਕਰਕੇ ਨਹੀਂ, ਕਿਉਂਕਿ ਜ਼ੁਲਮ ਦੇ ਵਿੱਚ ਕੋਈ ਵੀ ਮਨ ਕਰਕੇ ਕਿਸੇ ਗੱਲ ਨੂੰ ਕਬੂਲ ਨਹੀਂ ਕਰੇਗਾ। ਤਨ ਕਰਕੇ ਉਹ ਕਬੂਲ ਕਿਉਂ ਕਰੇਗਾ? ਕਿਉਂਕਿ ਉਹ ਡਰ ਜਾਏਗਾ। ਹੁਣ ਡਰ ਕਿਸ ਗੱਲ ਦਾ? ਡਰ ਉਸ ਨੂੰ ਮੌਤ ਦਾ ਹੈ। ਲੇਕਿਨ ਮੌਤ ਦਾ ਡਰ ਕਿਉਂ? ਜਦੋਂ ਕਿ ਉਹ ਆਣੀ ਹੀ ਆਣੀ ਹੈ, ਜਿਸ ਦੀ ਮਿਸਾਲ ਆਪਾਂ ਦਿੱਤੀ ਕਿ ਇੱਕ ਕਿਰਪਾਨ ਲਟਕ ਰਹੀ ਹੈ, ਲੇਕਿਨ ਹਰ ਕੋਈ ਉਸ ਨੂੰ ਦੇਖ ਨਹੀਂ ਰਿਹਾ। ਮਨੁੱਖ ਡਰਦਾ ਉਦੋਂ ਹੀ ਹੈ ਜਦੋਂ ਸਾਹਮਣੇ ਉਹਦੇ ਮੌਤ ਆ ਕੇ ਖੜੀ ਹੋ ਜਾਏ, ਅਨੇਥਾ ਬੇਖੌਫ ਹੋ ਕੇ ਬੈਠਾ ਰਹਿੰਦਾ ਹੈ। सो ज़ाहिर तौर ऊपर मन करके अगर कोई सोच लवे कि मैं मन करके किहड़ा कोई कबूल कर रही हाँ, असल दे विच ऐसा भी गुरमत दे विच गलत आख्या गया है, ये भी गलत ही है। क्योंकि जिसने मन ही जोड़ दिता अपने गुरु दे नाल, फिर उसनूं तन दी कोई परवाह नहीं। लेकिन तन दीयां रुचियां, तन दीयां बिरतियां, तन दे अंग धर्म दे वल लगे रहन, इस करके वो अपना तन भी उस पासे वल नहीं ले जाना चाहता। वो कहता कि नहीं, मेरा जो धर्म है, जो मैनू सतगुर ने दिता, मैनू उही प्रवान है, इस करके तन दी खोपरी उतार दो, मैनू कोई फर्क नहीं पएगा। तन नू तत्ती तवी ते बिठा दिओ, तन नू अगन दे विच साड़ दिओ, तन नू चीर दिओ। ये बिरती कदों बन जाती है? जिस वक्त सतगुर कहते नानक तिन विटों वारिया मेरी जिंदड़ीए। एवें नहीं पातशाह ने कह दिता कि मैं कुरबान हाँ उन्हां तो जेड़े हर सुन हर नाम मनेहे मनेसे राम, जेड़े वाहिगुरू दा नाम सुनदे और मनदे भी है। नहीं तो मेरे वर्गे सुनन वाले तो कई ने, मनन वाले विरले ने। मेरे वर्गे कहण वाले भी कई ने, लेकिन मनन वाले फिर विरले ने। सो सतगुर कहते ने पुनीत हो जाते हैं, सुनते पुनीत कहते पवित्र। ਜਿਹੜੇ सुन रहे ने पुनीत ने, पवित्र ने, ਜਿਹੜੇ कह रहे ने वो भी पवित्र ने। सतगुर रहा भरपूरे सुन के जिन्होंने ने मन लिया। पातशाह कहते नानक तिन विटों वारिया मेरी जिंदड़ीए, हर सुन हर नाम मने से राम। गुर विटों नानक वारिया मेरी जिंदड़ीए, जिन हर हर नाम चेतेरे राम। तो मैं बेनती की थी जिथे सतगुरु गुरु नानक ते महाराज जी के नाम की वरतों है, उत्थे ही असल गल समझ लगती है। नानक ते हर दर पहनाया मेरी जिंदड़ीए, जो गुरमुख भगत मन लावे राम। हुण भगत और भगती केड़ी प्रवान है? भगत दे तत्ते नूं सिहारी है और गुरमुख दे मामे नूं सिहारी है। इन्हां दा मतलब की है कि भगत और गुरमुख इन्हां दा अंतर संबंध है। गुरमुख दा संबंध दर पहनाइया दे नाल है और भगत दा संबंध गुरमुख दे नाल है। तो गुरमुख ने भगती मन करके करनी है। मन दे नन्ने थले औंकड़ है एक वचन, भाव गुरमुख भगत मन लावे राम। गुरमुख ने जिहड़ी भगती करनी है वो गुरमुख हो के करनी है, और गुरमुख हो के जिहड़ी भगती है वो मन लावे राम दे विच है। मन लावे राम। भाव बिल्कुल स्पष्ट है कि अकाल पुरख की भगती दे नाल जिस ने अपना मन जोड़ लिया, क्योंकि सतगुर ने भी कहा ना, माई इस मन को समझाए। जिन्हें मन जोड़ लिया, भाव जिन्हें अपनी मन की सोच नूं डिवेलप कर लिया रब्बी रस्ते उपर, उस दियां अखां फिर संसार दे विच देखणगियां तां सब कुछ, लेकिन कबूल सब कुछ नहीं करनगियां। जिवें तुसीं स्टोर दे विच गए हो, काउंटर ते पेमेंट करन गए हो, पिछे सिगरटां पईयां होईयां ने, पिछे शराब दी बोतलां पईयां होईयां, लेकिन गुरमुख ने कदी नहीं वो खरीदियां, ना ही गुरमुख उन्हां नूं खरीदेगा, और ना ही गुरमुख के मन च लालसा ही जगेगी, हाँ देखेगा जरूर। अखां बंद तो नहीं कर लेंदे ना आपां उत्थे जाके, खुलियां अखां दे नाल, खुलियां अखां दे नाल आपां उन्हां नूं देखदे हां, लेकिन खुले मन दा नाल आपां उन्हां नूं स्वीकार नहीं करदे। इस करके वो देखी हुई चीज़ सानूं प्रभावित नहीं कर सकती। रस्ते दे विच चलदे होए मैखाने नहीं आउणगे, या टैलीविजन उपर देखदे होए अर्धनगर नर्तकियां उपर कदी कदार आम रिमोट दे विच बदलदे नज़र नहीं पवेगी, ऐसा नहीं है।
लेकिन उसका प्रभाव कबूल नहीं करेगा। वो बस इहो ही गल समझण वाली है। जिस वक्त प्रभाव कबूल ना किया जाए उस वक्त मतलब की उसका कि उसका प्रभाव ही नहीं पिया, उसका असर ही नहीं हुआ, क्योंकि उसने उसका असर कबूलिया ही नहीं। असर कौन कबूलेगा? हुण जिहड़ा शराबी है वो बोतल नूं देखेगा तो उसके मन विचों लालसा जगेगी उसका सेवन करन दी, क्योंकि उसने अपनी सोच नूं डिवेलप नहीं किया होया। फिर अफसोस की गल तो यह है कि अज दे युग दे विच मनुख की मनमुखता इन्नी को विद्वान हो चुकी है, इन्नी को बलवान हो चुकी है कि ਜਿਹੜੇ दुष्कर्म ਜਿਹੜੇ कुकर्म कर रहा है उन्होंने फखर ਦੇ ਨਾਲ कह रहा जी ਅਸੀਂ ਤਾਂ उस वक्त खाधी पीती हुई सी, फखर ਦੇ ਨਾਲ दस रहे। और फिर वो गीत गा रहे और गीत प्रवान हो रहे ने कि रात कटदी है या ठेके या थाने, लेकिन इस दे विचों उसनूं मज़ा किस चीज़ का मिल रहा? होमे का। हुण ठेके जाना या थाने जाना ये कोई इंसानां वाले काम ने, गुरमुखां वाले काम ने, लेकिन वो इसनूं गा रहे हैं, लोग सुन रहे हैं, झूम रहे हैं और खुश हो रहे हैं कि हाँ वाकई आ तो बड़ी वधिया गल है जी। लेकिन जिन्होंने सतगुरां ने गुरसिੱਖੀ दिती ये उन्हों का काम थोड़ी है ठेके जाना। तो वो कहते जी रात कटदी है या ठेके या थाने, तो लोग झूम रहे हैं। वो सरेआम कह रहे जी अपना पंजाब होवे और साडे घर दी कड्डी शराब होवे, यानी कि पंजाब के घर विच शराब कड्डी जाती है, पर लोग झूम रहे हैं, हाल बुक हो रहे हैं, बड़ियां बड़ियां नारे लाए जा रहे हैं। ये की हो रहा है? सब कुछ ये प्रभाव है मनमुखता का, क्योंकि मनमुख ने संसारक प्रभाव नूं ही कबूल करना है जिसनों गुरसिੱਖ ने देखदे होया नकार देना। हुण देखेगा गुरसिੱਖ नहीं, ऐसा तो नहीं हो सकता। जदों आपां काउंटर ते पेमेंट करन गए पिछे सारियां वो चीज़ां पईयां होईयां ਜਿਹੜੀਆਂ गुरसिੱਖ ने कदी ना खरीदनी है, ना कदी कबूल करनी है, ना वो गुरसिੱਖ उपर कोई प्रभाव पा सकणगियां। लेकिन मनमुख है, उसका मन ललचाएगा और इस कदर भी मन ललचा जाते हैं कि पल्ले पैसे नहीं तो उधार लेके भी या गलत तरीके दे नाल भी लोग नशे खरीदते हैं, बेकार खरीदते हैं, क्योंकि ये प्रभाव ही इन्ना पा चुके होंदे ने। तो इसे करके सतगुर ने कहा ना ये संसार बेकार संसे में तरियो ब्रह्म ज्ञानी। ये संसार की है? बेकार है, जिन्हों सतगुरां ने अज दे पवित्र महाफरमान दे विच बिक भाव झलके है। हुण बिक की है? जहर है। गुर सतगुर नाम दृढ़ाया मेरी जिंदड़िए बिख भौजल तारण हारो राम। ये केवल भौजल ही नहीं है, केवल इकल्ला भौजल नहीं है, भौजल भी जहर भरिया होया, बिख दा भरिया होया। इसे करके सतगुर ने कहा ना ये विस संसार तुम देखदे। हुण जिस वक्त असी विस का मतलब जहर करते हैं फिर लोग गल पै जाते जी फलाने टीकाकार ने तो विस का मतलब किया है विच। हुण जे कीता है तो करन पे अपना, लेकिन अंतरी भाव उदों ही स्पष्ट हुंदा जदों आपां रहाओ दे नाल जुड़दे हां या सतगुरु गुरु नानक देव महाराज जी की बाणी दे नाल, जिथे नानक नाम की वरतों हुई है। जे रहाओ नहीं है तो गल बिख दी है। जहर दे विचों भी उस संसार जहर भरे संसार दे विचों ही रब नूं देखना है, इस दे विचों ही। जिवें हाफिज जलंधरी नाम दे एक शायर ने एक गल लिखी। वो कहंदा कि जलंधर दी, क्योंकि जलंधर दा रहण वाला सी, जलंधर दी गलियां दे विच एक पागल घुम रहा सी और उसनूं कोड़ होया होया सी। लोग उस पर हस रहे सन, बच्चे उस पर पत्थर मार रहे सन, लोग मजाक उड़ा रहे सन। वो कहने लगा कि मैं उस दियां अखां दे विच झांक के देखिया। हुण जिस दा लोग मजाक उड़ा रहे ने, जिसनूं बीमारियां लगी हुई ने, जिस दे रोग नूं लोग कोड़ कह रहे ने, वो कह रहे कि मैं उस दी अखां दे विच प्यार दे नाल झांकिया, क्योंकि प्यार दी भाषा दुनियावी भाषावां तो बहुत उच्ची है, बहुत अलग है। तो उसने मेरे को सवाल पूछा कि तू की देख रहे, लोग तो पत्थर मार रहे ने। तो कहना हैरान ना हो बंदे, मैं तुझ में क्या देख रहा हूँ, ए बंदे मैं तेरी सूरत में खुदा देख रहा हूँ। खुदा नज़र किस नूं आया?
जिसने खुदा देखना चाहा, परमात्मा देखना चाहा, देखना चाहा तो उसनों पता लग्या ना कि बुला सो असां थी वख नहीं, बिन सो दे दूजा कख नहीं, पर वेखण वाली अख नहीं। वो अख पैदा करनी पैंदी है, क्योंकि पावजल है, गल आपां पावजल दी कर रहे हैं। तो पावजल की है? बिख तो है ही, बिख का मतलब तो जहर है ही, तो फिर पावजल की है? पावजल असल दे विच प्रतीक है, क्योंकि जल का मतलब तो सीधा है ना, स्पष्ट है। तो जल का मतलब जिथे पानी होवे, तो इसका जल का मतलब इत्थे आपां समुंदर कर सकते, क्योंकि सतगुरां ने पावजल दे लल्ले थले औंकड़ पाई है। इस करके एक वचन है भाव इक्को ही पावजल, और वो किहड़ा? भयानक संसार सागर। आप कदी भी किसी सागर नूं देखना, ते सागर नूं देखना होए ते सागर दे अंदर जाना पैंदा है। लेकिन जिस वक्त मनुख सागर दे अंदर जाता है ना, पानी दे अंदर जाता है, तो उहदियां अखां बंद हो जांदियां ने, वो कुछ नहीं देख सकता। जिद्दे श्वास नहीं लै सकता ना अंदर जाके, अंदर सब अंग उहदे बंद हो जाते हैं, पानी विच जांदी, अखां भी बंद, मुँह भी बंद। मुँह खोलेगा तो पानी अंदर भर जाएगा, अखां खोलेगा, खोल ही नहीं सकता पानी दे विच। पर मनुख दे कोल क्योंकि दिमाग है, इस करके उसने एक ऐसा चश्मा ईजाद कर लिया कि वह पानी दे विच जाके भी उहदियां अखां खोली रखता, क्योंकि पानी उत्थे तक नहीं पहुँच सकता, वो अखां दे आस पास लग जाता है। एक ऑक्सीजन नाल लैके चलता है, मूँह भी खोल सकता है। तो बेनती इन्नी कि जिस वक्त सागर दे विचों जांदा है तो अखां बंद हो जांदियां ने, अखां खोलनियां होण तां उसनूं एक चश्मा लगाना पैंदा है। इस तरह ही भव सागर दे विच हर उस दियां ज्ञान दियां अखां बंद ने, जिसने वाहिगुरू दे नाम दा चश्मा नहीं लगाया होया। ज्ञान दियां अखां उस दियां ही खुलणगियां जिहड़ा वाहिगुरू दे नाम दा चश्मा लगा के इस संसार दे विच चलेगा। तो जिसने अकाल पुरख दे नाम दे ज्ञान दा चश्मा चढ़ा लिया अपनी अंतरात्मा ते, वो भवसागर दे इस संसार दे विच उस अकाल पुरख नूं देख सकेगा। उसनूं ही नज़र आएगा कि संसार दे विच बेकार कित्थे है, क्योंकि सागर दे अंदर जांदे ही अखां बंद हो जांदियां ने, अखां तां कुछ भी नज़र नहीं आउंदा। लेकिन जदों चश्मा चढ़ा लैंदा तो सब कुछ नज़र आ जांदा, कित्थे मछलियां ने, कित्थे की है, कित्थे पेड़ पौधे उगे हुए ने, सागर दे विच तां बहुत कुछ है। इस तरह ही भवसागर भवजल दे विच भी ज्ञान दियां अखां तां ही खुलणगियां जदों नाम दा चश्मा चढ़ेगा। समा हो गया है वाहिगुरू दे नाम सिमरन दे नाल जुड़न दा। बहुत बहुत धन्यवाद, बहुत बहुत शुक्राना वाहिगुरू दे उस सिमरन जाप नाम दे नाल आपां सारे जुड़े हुए सन। तेरा एक नाम तारे संसार में, यह आस यह आधार। तो सिमरन जाप तो बाद अज दे इतिहासिक दिहाड़े नूं आपां फरोलदे हां जी। अज 27 अप्रैल है और 27 अप्रैल 1834 वाले दिन महाराजा रणजीत सिंह साहब जी दियां खालसा फोर्सिस ने अटक दरिया पार किया सी। ये अटक दरिया जथेदार जरनैल हरी सिंह जी नलूआ और कंवर नौनिहाल सिंह हुणां दी अगवाई हेठ खालसाई फौजां ने पार किया सी। और अज के दिन भाव 27 अप्रैल 1915 वाले दिन गदर पार्टी के जिहड़े मैंबर सन उन्हां उपर कॉन्सपरेसी साजिश के केस जिहड़े सन वो रजिस्टर किए गए सन। इस केस नूं लाहौर कॉन्सपरेंसी केस का नाम दिता गया सी, जिसनों कि बाद दे विच द फर्स्ट लाहौर कॉन्सपरेंसी केस किया गया। ये जिहड़े केस सन ये गदर पार्टी दे उन्हां गदरी बाबियां दे उन्हां मैंबरां दे अगेंस्ट किए गए सन। उन्हां नूं वार भड़काउण भाव लड़ाई भड़काउण अते बरतानवी रूल जिहड़ा इंडिया दे विच हो रहा है, मतलब उस वक्त जिहड़ा हो रहा सी 1915 दे विच बरतानवी रूल,
ਉਸ ਬਰਤਾਨਵੀ ਰੂਲ ਨੂੰ ਖਤਮ ਕਰਨ ਦੇ ਲਈ ਲੋਕਾਂ ਦੇ ਵਿੱਚ ਜੰਗ ਭੜਕਾਉਣ ਦੇ ਦੋਸ਼ ਦੇ ਤਹਿਤ ਕੌਂਸਪੀਰੇਸੀ ਕੇਸ ਕੀਤੇ ਗਏ ਸਨ। ਅੱਜ ਦੇ ਦਿਨ ਯਾਨੀ ਕਿ 27 ਅਪ੍ਰੈਲ 1925 ਵਾਲੇ ਦਿਨ ਉਸ ਵਕਤ ਦੀ ਬਰਤਾਨਵੀ ਹਕੂਮਤ ਜਿਹੜੀ ਇੰਡੀਆ ਦੇ ਵਿੱਚ ਹਕੂਮਤ ਕਰ ਰਹੀ ਸੀ, ਉਹਨਾਂ ਨੇ ਨਾਭਾ ਵਿਖੇ ਅਖੰਡ ਪਾਠ ਸਾਹਿਬ ਦੇ ਉੱਤੇ ਜਿਹੜੀ ਲਗਾਈ ਪਾਬੰਦੀ ਸੀ ਉਹ ਹਟਾ ਲਈ ਗਈ ਸੀ, ਕਿਉਂਕਿ ਅੱਜ ਦੇ ਦਿਨ ਆਖਰੀ 101 ਸਿੰਘਾਂ ਦਾ ਜੱਥਾ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਜੈਤੋ ਦੇ ਮੋਰਚੇ ਦੇ ਲਈ ਗਿਆ ਸੀ। ਅੱਜ ਦੇ ਦਿਨ ਭਾਵ 27 ਅਪ੍ਰੈਲ 1719 ਵਾਲੇ ਦਿਨ ਜੋ ਉਸ ਵਕਤ ਦਾ ਮੁਗਲ ਬਾਦਸ਼ਾਹ ਸੀ ਜਿਸ ਦਾ ਨਾਮ ਫਰਖਸ਼ੀਰ ਸੀ, ਉਸ ਵੱਲੋਂ 1716 ਵਾਲੇ ਦਿਨ ਜੋ 9 ਜੂਨ ਵਾਲੇ ਦਿਨ ਬਾਬਾ ਬੰਦਾ ਸਿੰਘ ਜੀ ਬਹਾਦਰ ਹੁਣਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ 700 ਤੋਂ ਵੀ ਵੱਧ ਸਿੱਖਾਂ ਨੂੰ ਦਿੱਲੀ ਦੇ ਵਿੱਚ ਮੌਤ ਦੇ ਘਾਟ ਉਤਾਰਿਆ ਜਾ ਚੁੱਕਾ ਸੀ। ਜਿਸ ਜਗ੍ਹਾ ਉੱਪਰ ਅੱਜ ਗਾਂਧੀ ਗਰਾਊਂਡ ਹੈ, ਉਸ ਜਗ੍ਹਾ ਉੱਪਰ ਇਹ ਸ਼ਹਾਦਤਾਂ ਹੁੰਦੀਆਂ ਸਨ। ਸੋ ਬੰਦਾ ਸਿੰਘ ਜੀ ਬਹਾਦਰ ਹੁਣਾਂ ਦੀ ਸ਼ਹਾਦਤ ਤੋਂ ਪਿੱਛੋਂ ਫਰਖਸ਼ੀਰ ਨੂੰ ਤਸੱਲੀ ਨਹੀਂ ਸੀ ਹੋਈ ਕਿ ਸਿੱਖ ਅਜੇ ਵੀ ਚੈਨ ਦੇ ਨਾਲ ਬੈਠਣਗੇ, ਕਿਉਂਕਿ ਉਸ ਨੂੰ ਡਰ ਸਤਾ ਰਿਹਾ ਸੀ ਕਿ ਸਿੱਖ ਉਸ ਦੇ ਰਾਜ ਨੂੰ ਆਖਰ ਖਤਮ ਕਰ ਹੀ ਦੇਣਗੇ, ਕਿਉਂਕਿ ਉਸ ਨੂੰ ਸਿੱਖਾਂ ਦੇ ਵਜੂਦ ਤੋਂ ਹੀ ਡਰ ਲੱਗਣ ਲੱਗ ਪਿਆ ਸੀ। ਇਸ ਕਰਕੇ ਉਹ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦਾ ਫੈਸਲਾ ਕਰ ਚੁੱਕਿਆ ਸੀ ਔਰ ਉਸ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਸਨ। ਇਸ ਘੜੀ ਨੂੰ ਆਪਾਂ ਇੱਕ ਕਿਸਮ ਦੀ ਸਿੱਖਾਂ ਦੀ ਇਤਿਹਾਸਕ ਘੜੀ ਵੀ ਕਹਿ ਸਕਦੇ ਹਾਂ, ਜਦੋਂ ਸਿੱਖ ਜੰਗਲਾਂ ਦੇ ਵਿੱਚ ਚਲੇ ਗਏ ਸਨ, ਕੋਠਿਆਂ ਦੀਆਂ ਘੋੜਿਆਂ ਦੀਆਂ ਕਾਠੀਆਂ ਉੱਪਰ ਉਹਨਾਂ ਨੇ ਆਪਣਾ ਵਸੇਬਾ ਕਰ ਲਿਆ ਸੀ। ਆਪਣੀਆਂ ਜਗ੍ਹਾਵਾਂ ਉਹ ਬਦਲਦੇ ਰਹਿੰਦੇ ਸਨ, ਕਦੀ ਰੇਗਿਸਤਾਨ ਦੇ ਵਿੱਚ, ਕਦੀ ਜੰਗਲਾਂ ਦੇ ਵਿੱਚ, ਕਿਉਂਕਿ ਸਿੱਖਾਂ ਨੂੰ ਦੇਖਦਿਆਂ ਹੀ ਮਾਰ ਦੇਣ ਦਾ ਹੁਕਮ ਸੀ ਔਰ ਉਹਨਾਂ ਦੇ ਸਿਰਾਂ ਦਾ ਮੁੱਲ ਪਾ ਦਿੱਤਾ ਗਿਆ ਸੀ। ਪਰ ਉਸ ਵਕਤ ਵੀ ਸਿੱਖ ਜਿਹੜੇ ਸਨ ਉਹ ਜੋ ਸਰਕਾਰੀ ਅਮਲਾ ਸੀ ਉਸ ਨੂੰ ਜਾਂ ਸਰਕਾਰੀ ਅਸਲਾ ਸੀ ਉਸ ਨੂੰ ਲੁੱਟ ਲੈ ਜਾਂਦੇ ਸਨ। ਗੁਰੀਲਾਵਾਰ ਉਸ ਵਕਤ ਸਿੱਖਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਸੀ, ਜਿਸ ਦੇ ਨਾਲ ਇਹ ਫਰਖਸ਼ੀਰ ਜਿਹੜਾ ਸੀ ਬਹੁਤ ਡਰ ਗਿਆ ਸੀ। ਆਖਰ ਉਸ ਨੇ ਸਿੱਖਾਂ ਦੀਆਂ ਛੁਪਣ ਗਾਹਾਂ ਉੱਪਰ ਵੀ ਛਾਪੇ ਮਾਰਵਾਣੇ ਸ਼ੁਰੂ ਕਰ ਦਿੱਤੇ ਸਨ। ਸਿੱਖ ਇਸ ਦੁੱਖ ਦੀ ਘੜੀ ਦੇ ਵਿੱਚ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਲੈਂਦੇ ਹੋਏ, ਦੁੱਖ ਦੇ ਵਿੱਚ ਸੁੱਖ ਮਨਾਉਂਦੇ ਹੋਏ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਸਨ। ਆਖਰ ਇਹ ਦੌਰ ਖਤਮ ਹੋਣਾ ਹੀ ਸੀ ਔਰ ਉਸ ਤੋਂ ਬਾਅਦ ਫਰਖਸ਼ੀਰ ਦਾ ਜੋ ਉਸਦੇ ਰਿਸ਼ਤੇਦਾਰ ਸਨ, ਉਸਦੇ ਚਾਚੇ ਤਾਏ ਦੇ ਭਰਾ ਸਨ, ਉਹ ਮੁਗਲ ਹੁਕੂਮਤ ਉੱਪਰ ਉਸ ਵਕਤ ਸਾਜ਼ਿਸ਼ ਰਚ ਕੇ ਆਉਣਾ ਚਾਹ ਰਹੇ ਸਨ। 28 ਫਰਵਰੀ 1719 ਵਾਲੇ ਦਿਨ ਬਾਬਾ ਬੰਦਾ ਸਿੰਘ ਜੀ ਬਹਾਦਰ ਹੁਣਾਂ ਦੀ ਸ਼ਹਾਦਤ ਤੋਂ ਕਰੀਬਨ ਪੌਣੇ 3 ਸਾਲ ਬਾਅਦ ਆਖਰ ਸਈਦਾਂ ਜਿਨ੍ਹਾਂ ਨੇ ਤਖਤ ਦਵਾਇਆ ਸੀ, ਕਿਉਂਕਿ ਇਹ ਸੈਯਦ ਦੋ ਭਰਾ ਸਨ, ਸੈਯਦ ਵਲੀ ਖਾਂ ਔਰ ਸੈਯਦ ਅਬਦੁੱਲਾ ਖਾਂ। ਇਹਨਾਂ ਬਾਬਤ ਇਹ ਕਿਹਾ ਜਾਂਦਾ ਕਿ ਇਹ ਮੁਗਲਾਂ ਨੂੰ ਰਾਜ ਦਿਵਾਉਣ ਦੇ ਵਿੱਚ ਸਹਾਈ ਹੁੰਦੇ ਸਨ, ਪਰ ਗੋਰਿਆਂ ਦੀ ਇੱਕ ਕਹਾਵਤ ਹੈ, ਕਿੰਗ ਮਸਟ ਕਿਲ ਕਿੰਗ ਮੇਕਰ। ਕਿੰਗ ਨੇ ਅਗਰ ਰਾਜ ਕਰਨਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਉਸ ਨੂੰ ਮਾਰਨਾ ਹੋਏਗਾ ਜਿਸ ਨੇ ਉਹਨਾਂ ਨੂੰ ਰਾਜ ਦਿਵਾਇਆ ਹੈ। ਸ਼ਾਇਦ ਇਹੋ ਕਾਰਨ ਹੈ ਕਿ ਵਕਤ ਦੀ ਜਿਹੜੀ ਅੱਜ ਅਜੋਕੀ ਹੁਕੂਮਤ ਹੈ ਉਹ ਸਿੱਖਾਂ ਦੀ ਹਮੇਸ਼ਾ ਹੀ ਵੈਰੀ ਰਹੀ, ਕਿਉਂਕਿ ਸਿੱਖਾਂ ਨੇ ਹੀ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਔਰ ਰਾਜ ਦਿਵਾਇਆ। ਤਾਂ ਜਿਹੜੇ ਸੈਯਦ ਭਰਾ ਸਨ, ਸੈਯਦ ਵਲੀ ਖਾਂ ਔਰ ਸੈਯਦ ਅਬਦੁੱਲਾ ਖਾਂ, ਇਹਨਾਂ ਨੇ ਔਰੰਗਜ਼ੇਬ ਨੂੰ ਵੀ ਰਾਜ ਦਿਵਾਇਆ ਸੀ ਔਰ ਔਰੰਗਜ਼ੇਬ ਨੇ ਵੀ ਇਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਫਰਖਸ਼ੀਰ ਨੇ ਵੀ ਇਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਲੇਕਿਨ ਬਹਾਦਰ ਸ਼ਾਹ ਅਗਰ 20 ਵਰ੍ਹੇ ਹਿੰਦੁਸਤਾਨ 'ਤੇ ਰਾਜ ਕਰ ਸਕਿਆ ਤਾਂ ਉਹ ਇਹੀ ਕਾਰਨ ਸੀ ਕਿ ਉਸ ਨੇ ਆਉਂਦਿਆਂ ਹੀ ਇਹਨਾਂ ਦੋਨਾਂ ਸੈਯਦ ਭਰਾਵਾਂ ਨੂੰ ਕਤਲ ਕਰਨ ਦੇ ਵਿੱਚ ਸਫਲਤਾ ਹਾਸਲ ਕਰ ਰਹੀ ਸੀ। ਸੋ ਇਸ ਤੋਂ 2 ਮਹੀਨੇ ਬਾਅਦ 27 ਅਪ੍ਰੈਲ 1719 ਯਾਨੀ ਕਿ ਅੱਜ ਵਾਲੇ ਦਿਨ ਇਹਨਾਂ ਨੂੰ ਮਾਰ ਦਿੱਤਾ ਗਿਆ ਸੀ। ਅੱਜ ਦੇ ਦਿਨ ਭਾਵ 27 ਅਪ੍ਰੈਲ 1992 ਜਿਸ ਵਕਤ ਖਾੜਕੂਵਾਦ ਦਾ ਦੌਰ ਪੰਜਾਬ ਦੇ ਵਿੱਚ ਸਰਗਰਮ ਸੀ, ਉਸ ਵਕਤ ਕਾਦਰਾਬਾਦ ਦੇ ਜਗਤ ਸਿੰਘ ਜੱਗਾ, ਗਿਆਨ ਸਿੰਘ ਅਤੇ ਅੰਗਰੇਜ਼ ਸਿੰਘ ਅਤੇ ਇਹਨਾਂ ਤੋਂ ਇਲਾਵਾ ਹਰਦੇਵ ਸਿੰਘ ਕਾਲੀਆ ਨੂੰ
ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਸੋ ਇਹ ਸਨ ਅੱਜ ਦੇ ਇਤਿਹਾਸਕ ਦਿਹਾੜੇ ਜਿਨ੍ਹਾਂ ਦਾ ਸੰਬੰਧ ਸਿੱਖ ਇਤਿਹਾਸਕਤਾ ਦੇ ਨਾਲ ਹੈ।